ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸ਼ੁਕਰ ਸਤਿਗੁਰੂ ਜੀ ਉਦਮ ਬਖਸ਼ਦੇ ਹਨ ਔਰ ਅਸੀਂ ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਲਈ, ਸੁਣਾਉਣ ਲਈ, ਸਿੱਖਣ ਲਈ, ਸਿਖਾਉਣ ਲਈ ਆਨਲਾਈਨ ਰੋਜ਼ ਇਸ ਪਲੇਟਫਾਰਮ ਤੇ ਇਕੱਠੇ ਹੁੰਦੇ ਹਾਂ। 2 ਸਾਲ ਲਗਭਗ ਉੱਪਰ ਹੋ ਗਿਆ ਆਪਣੀਆਂ ਇਸ ਕਲਾਸ ਨੂੰ ਚਲਦਿਆਂ, ਜਿਸ ਵਿੱਚ ਅਸੀਂ ਗੁਰਬਾਣੀ ਦੇ ਵੱਖਰੀਆਂ ਵੱਖਰੀਆਂ ਬਾਣੀਆਂ ਦੀ ਵਿਚਾਰ, ਇਤਿਹਾਸ ਦੇ ਵੱਖ-ਵੱਖ ਸਬਜੈਕਟ, ਫਿਲਾਸਫੀ ਦੇ ਵੱਖਰੇ ਵੱਖਰੇ ਵਿਸ਼ੇ ਤੇ ਹੋਰ ਮੌਜੂਦਾ ਕਰੰਟ ਟੌਪਿਕਸ ਜਿਹੜੇ ਹਨ ਉਹਨਾਂ ਦੇ ਉੱਤੇ ਵਿਚਾਰ ਕਰਦੇ ਆ ਰਹੇ ਹਾਂ। ਇਤਿਹਾਸ ਦੇ ਪੱਖ ਤੋਂ ਪਿਛਲੇ 3 ਹਫ਼ਤਿਆਂ ਤੋਂ ਅਸੀਂ ਸਿੰਘ ਸਭਾ ਲਹਿਰ ਦੀ ਵਿਚਾਰ ਕਰ ਰਹੇ ਹਾਂ। ਤਾਂ ਪਿਛਲੇ ਹਫ਼ਤੇ ਜੋ ਵਿਚਾਰ ਕੀਤੀ ਸੀ, ਅਖੀਰ ਤੇ ਜਾ ਕੇ ਮੈਂ ਬੇਨਤੀ ਕੀਤੀ ਸੀ ਕਿ ਭਾਈ ਗੁਰਮੁਖ ਸਿੰਘ ਜੀ ਨੇ ਆਪਸੀ ਲੜਾਈ ਤੋਂ ਤੰਗ ਆ ਕੇ 16 ਜੂਨ 1883 ਨੂੰ ਗੁਰਮੁਖੀ ਅਖਬਾਰ ਦੇ ਵਿੱਚ ਇੱਕ ਸਿਰਲੇਖ ਲਿਖਿਆ, ਫੁੱਟ ਉਹਦੇ 'ਚ ਇੱਕ ਲੇਖ ਛਾਪਿਆ ਜਿਹਦੇ ਵਿੱਚ ਦੇ ਸ਼ਬਦ ਬੜੇ ਦਿਲ ਟੁੰਬਵੇਂ ਸਨ। ਮਾਝੇ ਦੀ ਫੁੱਟ ਮਸ਼ਹੂਰ ਹੈ, ਫੁੱਟ ਦਾ ਕੰਮ ਜੁਦਾ ਜੁਦਾ ਕਰਨਾ ਹੁੰਦਾ ਹੈ। ਜੋ ਲੋਕ ਆਪਣੀ ਮਾਨ ਪ੍ਰਤਿਸ਼ਠਾ ਲਈ ਅੱਗੇ ਆਉਂਦੇ ਹਨ, ਭਾਵੇਂ ਉਹਨਾਂ ਨੂੰ ਇੱਲ ਦਾ ਨਾਮ ਕੁੱਕੜ ਵੀ ਨਾ ਆਉਂਦਾ ਹੋਵੇ ਜਾਂ ਨਾ ਜਾਣਦੇ ਹੋਣ, ਉਹ ਬੇਇਤਫਾਕੀ ਦੀ ਜੜ ਹੁੰਦੇ ਹਨ। ਆਪਣਾ ਸਿਰ ਜੁਦਾ ਕੱਢ ਕੱਢ ਕੇ ਦੱਸਦੇ ਹਨ ਤੇ ਦੂਸਰਿਆਂ ਨਾਲ ਬਰਾਬਰ ਹੋ ਕੇ ਰਹਿਣਾ ਨਹੀਂ ਚਾਹੁੰਦੇ। ਐਸੀ ਬੇਇਤਫਾਕੀ ਸਾਡੇ ਲੋਕਾਂ ਦਾ ਨਾਸ਼ ਕਰ ਦਿੱਤਾ ਹੈ। ਇਹ ਲੇਖ ਸੀ ਫੁੱਟ, ਜਿਹਦੇ ਵਿੱਚੋਂ ਮੈਂ ਕੁਝ ਕੁ ਸ਼ਬਦ ਪਿਛਲੇ ਹਫ਼ਤੇ ਵੀ ਬੋਲੇ ਸਨ ਤੇ ਇਹ ਸ਼ਬਦ ਅੱਜ ਵੀ ਸਾਂਝੇ ਇਸ ਕਰਕੇ ਕਰ ਰਿਹਾ ਹਾਂ ਕਿ ਇਹ ਸ਼ਬਦਾਵਲੀ ਦੇ ਵਿੱਚ ਬਹੁਤ ਭੇਦ ਛੁਪੇ ਹੋਏ ਹਨ। ਕੌਮਾਂ ਜਦੋਂ ਵੀ ਫੁੱਟ ਦਾ ਸ਼ਿਕਾਰ ਹੁੰਦੀਆਂ ਹਨ, ਹਮੇਸ਼ਾ ਹੀ ਅਧੋਗਤੀ ਵਾਲੇ ਪਾਸੇ ਜਾਂਦੀਆਂ ਹਨ, ਪਤਨ ਵਾਲੇ ਪਾਸੇ ਜਾਂਦੀਆਂ ਹਨ। ਜਦੋਂ ਕੌਮ ਇੱਕ ਹੋ ਕੇ ਏਕਤਾ ਦੀ ਲੜੀ ਵਿੱਚ ਪਰੋ ਕੇ ਸਿਧਾਂਤਾਂ ਦੇ ਉੱਤੇ ਲੜਨ, ਉਦੋਂ ਕੌਮ ਦੀ ਹਮੇਸ਼ਾ ਤਰੱਕੀ ਹੁੰਦੀ ਹੈ। ਕੁਝ ਐਸੀ ਹੀ ਗੱਲਬਾਤ ਅੱਜ ਸਾਡੀ ਕੌਮ ਦੀ ਬਣੀ ਹੋਈ ਹੈ। ਅਸੀਂ ਹਰ ਗੱਲ ਤੇ ਲੜਨਾ ਸਿੱਖ ਲਿਆ, ਵਿਚਾਰ ਕਰਨੀ ਨਹੀਂ ਸਿੱਖੀ। ਗੱਲਾਂ ਭਾਵੇਂ ਕੁਝ ਠੀਕ ਵੀ ਹੋਣ, ਪਰ ਸਾਡਾ ਕੰਮ ਵਿਰੋਧਤਾ ਕਰਨਾ ਹੈ, ਇੱਕ ਦੂਜੇ ਦੀ ਲੱਤਾਂ ਖਿੱਚਣਾ ਹੈ। ਬਿਲਕੁਲ ਉਹੀ ਗੱਲ ਆਪਣੀ ਮਾਨ ਪ੍ਰਤਿਸ਼ਠਾ ਲਈ, ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ ਇਹ ਫੁੱਟ ਦੇ ਬੀਜ ਜਦੋਂ ਕੌਮ ਵਿੱਚ ਬੀਜੇ ਜਾਂਦੇ ਹਨ, ਉਹ ਕੌਮਾਂ ਲਈ ਬਹੁਤ ਘਾਤਕ ਸਿੱਧ ਹੁੰਦੇ ਹਨ। ਇਹ ਮੌਜੂਦਾ ਸਮੇਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਾਂ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਜੋ ਗਿਆਨੀ ਗੁਰਮੁਖ ਸਿੰਘ ਵਰਗੇ ਵਿਦਵਾਨਾਂ ਨੇ ਇਹੋ ਜਿਹਾ ਲੇਖ ਲਿਖ ਕੇ ਸਾਨੂੰ ਜਾਗਰਤ ਕੀਤਾ ਸੀ ਕਿ ਇਹ ਬੇਇਤਫਾਕੀ ਸਾਡੇ ਲੋਕਾਂ ਦਾ ਨਾਸ਼ ਕਰ ਦੇਵੇਗੀ ਜਾਂ ਉਹਨੇ ਨਾਸ਼ ਕੀਤਾ ਹੈ। ਤੋ ਇਹ 3 ਧੜਿਆਂ ਦੇ ਵਿੱਚ ਇਹ ਵੰਡੇ ਜਾਂਦੇ ਹਨ। ਖਾਲਸਾ ਦੀਵਾਨ ਅੰਮ੍ਰਿਤਸਰ, ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਲਾਹੌਰੀ ਧੜੇ ਸਮੇਤ 3 ਤਰ੍ਹਾਂ ਦੇ ਮੈਂਬਰ ਬਣ ਗਏ। ਇੱਕ ਗਰਮ ਖਿਆਲੀਏ, ਜਿਹਦੇ ਵਿੱਚ ਸਰਦਾਰ ਠਾਕੁਰ ਸਿੰਘ ਸੰਧੇਵਾਲੀਆ ਆਦਿ, ਜੋ ਅੰਦਰੋਂ ਤਾਂ ਸਰਕਾਰ ਦੇ ਨਾਲ ਜੁੜੇ ਹੋਏ ਸਨ, ਅੰਦਰੋਂ ਸਰਕਾਰ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਸਨ। ਮਿਲਵਰਤਨ ਰੱਖਣ ਦੇ ਗਰਮ ਖਿਆਲੀਏ ਮਿਲਵਰਤਨ ਰੱਖਣ ਦੇ ਹੱਕ ਵਿੱਚ ਨਹੀਂ ਸਨ, ਜਿਹੜੇ ਸਰਦਾਰ ਠਾਕੁਰ ਸਿੰਘ ਸੰਧੇਵਾਲੀਆ ਜਿਹੜੇ ਸਨ। ਨਰਮ ਖਿਆਲੀਏ ਸਨ ਕੰਵਰ ਵਿਕਰਮ ਸਿੰਘ ਜੀ, ਜਿਨ੍ਹਾਂ ਦੇ ਜ਼ਿਕਰ ਆਪਾਂ ਪਿਛਲੇ ਹਫ਼ਤੇ ਕੀਤਾ ਸੀ। ਭਾਈ ਗੁਰਮੁਖ ਸਿੰਘ ਜੀ, ਜੋ ਸਰਕਾਰ ਨਾਲ ਮਿਲਵਰਤਨ ਰੱਖਣ ਦੇ ਚਾਹਵਾਨ ਸਨ। ਤੇ ਤੀਜੇ ਸਨ ਬੇਦੀ ਤੇ ਸੋਢੀ ਬਾਬੇ, ਜਿਨ੍ਹਾਂ ਵਿੱਚੋਂ ਬਾਬਾ ਖੇਮ ਸਿੰਘ ਬੇਦੀ ਉਹਨਾਂ ਦੇ ਪ੍ਰਧਾਨ ਸਨ। ਇਹ ਲੋਕ ਆਪਣੇ ਮਤਲਬ ਲਈ ਨਰਮ ਖਿਆਲੀਆਂ ਦੇ ਨਾਲ ਵੀ ਰਲ ਜਾਂਦੇ ਸਨ ਤੇ ਗਰਮ ਖਿਆਲੀਆਂ ਦੇ ਨਾਲ ਵੀ ਰਲ ਜਾਂਦੇ ਸਨ ਆਪਣੇ ਮਤਲਬ ਲਈ।
ਇਹਨਾਂ ਦਾ ਕੰਮ ਸੀ ਦੋਨਾਂ ਦੇ ਨਾਲ ਰਲ ਜਾਣਾ, ਨਰਮ ਖਿਆਲੀਆਂ ਦੇ ਨਾਲ ਵੀ ਤੇ ਗਰਮ ਖਿਆਲੀਆਂ ਦੇ ਨਾਲ ਵੀ। ਇਹ ਦਿਲੀ ਉਹਨਾਂ ਦਾ ਜਿਹੜਾ ਭਰੋਸਾ ਜਿਹੜਾ ਸੀ, ਉਹ ਜਿਹੜੀ 100 ਸਾਖੀ ਕਿਤੇ ਲਿਖੀ ਮਿਲਦੀ ਇਤਿਹਾਸ ਵਿੱਚ, ਇਹ ਉਹਨੂੰ ਮੰਨਦੇ ਸਨ। ਜਿਹੜੇ ਤੀਜਾ ਧੜਾ ਖੇਮ ਸਿੰਘ ਬੇਦੀ ਵਾਲਾ ਸੀ, ਜਿਹਦੇ ਵਿੱਚ ਪਛਾਣਗੀਆਂ ਕੀਤੀਆਂ ਗਈਆਂ ਹਨ, ਹਾਲਾਂਕਿ ਜਿਸ 100 ਸਾਖੀ ਦਾ ਕੋਈ ਆਧਾਰ ਨਹੀਂ ਹੈ, ਔਰ ਨਾ ਹੀ ਕੋਈ ਸਬੂਤ ਜਿਹੜਾ ਅਸਲੀਅਤ ਹੁੰਦਾ ਉਹਦਾ ਮਿਲਦਾ ਹੈ, ਪਰ ਸਿੱਖਾਂ ਦੇ ਉੱਤੇ ਆਪਣੀਆਂ ਰੋਹ ਪਾਉਣ ਦੇ ਲਈ ਗੁਰਗੱਦੀਆਂ ਵੀ ਇਹਨਾਂ ਨੇ ਕਾਇਮ ਕੀਤੀਆਂ ਹੋਈਆਂ ਸਨ, ਤੇ ਅੰਦਰੋਂ ਇਹਨਾਂ ਦਾ ਭਾਵਨਾ ਇਹ ਸੀ ਕਿ ਸਾਡੇ ਗੱਦੀਆਂ ਜਿਹੜੀਆਂ ਹਨ ਇਹ ਚਲਦੀਆਂ ਰਹਿਣ। ਤੋ ਇਹਦੇ ਨਾਲ ਅੰਮ੍ਰਿਤਸਰ ਧਰੀ ਦੇ ਜਿਹੜੇ ਪੁਜਾਰੀ ਸ਼੍ਰੇਣੀ ਸੀ, ਉਹ ਇਹਨਾਂ ਦੇ ਨਾਲ ਹੈਲਪਫੁਲ ਸੀ, ਮਦਦ ਕਰਦੀ ਸੀ, ਇਹਨਾਂ ਦੀ ਸਹਾਇਕ ਸੀ ਜਿਹੜੀ ਪੁਜਾਰੀ ਸ਼੍ਰੇਣੀ ਸੀ। ਕਿਉਂਕਿ ਪੁਜਾਰੀ ਸ਼੍ਰੇਣੀ ਦਾ ਵੀ ਆਪਣਾ ਹਲਵਾ ਮਾਂਡਾ ਚੱਲਦਾ ਰਹਿਣਾ ਚਾਹੀਦਾ ਹੈ, ਤੇ ਇਹਨਾਂ ਦਾ ਆਪਣਾ ਕੰਮ ਵੀ ਹਲਵਾ ਮਾਂਡਾ ਚਲਾਉਣ ਦਾ ਸੀ। ਤੇ ਆਪਣੇ ਆਪ ਨੂੰ ਬੇਦੀ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਸ਼ ਵਿੱਚੋਂ ਹੋਣ ਦਾ ਦਾਅਵਾ ਕਰਕੇ ਇਹ ਬੇਦੀ ਦੇ ਸੋਢੀ ਬਾਬੇ ਆਪਣੇ ਹਲਵੇ ਮਾਂਡੇ ਨੂੰ ਚਲਾਉਣਾ ਚਾਹੁੰਦੇ ਸਨ। ਅਸੂਲੀ ਮਤਭੇਦ ਕੀ ਹੋਏ? ਕੁਝ ਚਿਰ ਬਾਅਦ ਸਰਦਾਰ ਠਾਕੁਰ ਸਿੰਘ ਸੰਧੇਵਾਲੀਆ ਨੇ ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਹ ਜਿਹੜੀ ਪ੍ਰਧਾਨਗੀ ਸੀ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਉਹਨਾਂ ਨੇ ਛੱਡ ਦਿੱਤੀ। ਗਰਮ ਧੜੇ ਦੀ ਇਹ ਜਿਹੜੀ ਪ੍ਰਧਾਨਗੀ ਸੀ, ਇਹ ਬਾਬਾ ਖੇਮ ਸਿੰਘ ਪਾਰਟੀ ਦੇ ਹੱਥ ਵਿੱਚ ਆ ਗਈ, ਜਿਹੜੇ ਦੇਹਧਾਰੀ ਗੁਰੂ ਧਰਮ ਦਾ ਉੱਤੇ ਵਿਸ਼ਵਾਸ ਕਰਦੇ ਸਨ, ਔਰ ਜਿਨ੍ਹਾਂ ਦਾ ਕੰਮ 100 ਸਾਖੀ ਅਨੁਸਾਰ ਅੱਗੇ ਤੁਰਨ ਦਾ ਜਿਹੜਾ ਪ੍ਰੋਗਰਾਮ ਸੀ ਉਹਨਾਂ ਦਾ ਬਣਾਇਆ ਹੋਇਆ ਸੀ। ਇਸ ਤੋਂ ਪਿੱਛੋਂ ਮਾਰਚ 1884 ਦੇ ਵਿੱਚ ਲਾਰੈਂਸ ਹਾਲ ਲਾਹੌਰ ਦੇ ਜਲਸੇ ਵਿੱਚ ਸਿੱਖਾਂ ਨਾਲ ਬਾਬਾ ਖੇਮ ਸਿੰਘ ਦੀ ਰਾਹੀਂ ਪੰਜਾਬ ਦੇ ਲਾਟ ਸਾਹਿਬ ਜਿਹਨੂੰ ਕਿਹਾ ਜਾਂਦਾ ਸੀ, ਉਹਨਾਂ ਨੇ ਪੰਜਾਬ ਐਡਰੈਸ ਕੀਤਾ, ਉਹਨਾਂ ਨੂੰ ਆ ਕੇ ਸੰਬੋਧਨ ਕੀਤਾ। ਇਸ ਸਮੇਂ ਬਾਬਾ ਜੀ ਤੋਂ ਰਿਹਾ ਨਾ ਗਿਆ ਤੇ ਉੱਠ ਕੇ ਇਹ ਕਹਿ ਬੈਠੇ ਕਿ ਮੈਂ ਸਿੱਖਾਂ ਦਾ ਗੁਰੂ ਹਾਂ। ਅੰਦਰਲੀ ਜਿਹੜੀ ਬਿੱਲੀ ਸੀ ਥੈਲੇ ਚੋਂ ਬਾਹਰ ਆ ਜਾਣੀ ਹੈ, ਜਿਹੜੀ ਗੱਲ ਅਸੀਂ ਕਹਿੰਦੇ ਆ ਨਾ, ਉਹਨਾਂ ਦੇ ਅੰਦਰੋਂ ਇਹ ਗੱਲ ਨਿਕਲ ਗਈ ਸੰਬੋਧਨ ਕਰਦਿਆਂ ਕਿ ਮੈਂ ਸਿੱਖਾਂ ਦਾ ਗੁਰੂ ਹਾਂ। ਪੰਜਾਬ ਦੇ ਸਾਰੇ ਸਿੱਖਾਂ ਵੱਲੋਂ ਮੈਂ ਸਰਕਾਰ ਪਾਸ ਵਕੀਲ ਬਣ ਕੇ ਆਇਆ ਹਾਂ। ਸਿੰਘ ਸਭਾ ਲਾਹੌਰ ਦੇ ਮੈਂਬਰ ਇਹ ਗੱਲ ਸੁਣ ਕੇ ਚੁੱਪ ਨਾ ਰਹਿ ਸਕੇ, ਬਰਦਾਸ਼ਤ ਨਾ ਕਰ ਸਕੇ, ਕਿਉਂਕਿ ਇਹ ਬੇਸਿਕ ਪ੍ਰਿੰਸੀਪਲ ਦੇ ਉੱਤੇ ਸਮਝੌਤਾ ਨਹੀਂ ਸੀ ਕੀਤਾ ਜਾ ਸਕਦਾ। ਉਹਨਾਂ ਨੇ ਉਸੇ ਵੇਲੇ ਐਲਾਨ ਕਰ ਦਿੱਤਾ ਕਿ ਬਾਬਾ ਜੀ ਦਾ ਇਹ ਬੋਲ, ਇਹ ਲੈਕਚਰ, ਇਹ ਸੰਬੋਧਨ ਬਿਲਕੁਲ ਝੂਠ ਹੈ। ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਸਿੱਖਾਂ ਦਾ ਗੁਰੂ ਬਣ ਨਹੀਂ ਸਕਦਾ। ਇਹ ਸੂਲੀ ਝਗੜਾ ਜੋ ਬੜਾ ਮਾਮੂਲੀ ਸੀ, ਏਡਾ ਵੱਡਾ ਵੀ ਨਹੀਂ ਸੀ, ਪਰ ਬਾਬਾ ਖੇਮ ਸਿੰਘ ਬੇਦੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੋਏ। ਇਸ ਲਈ ਸਿੰਘ ਸਭੀਆਂ ਦੇ ਦਰਮਿਆਨ ਤੇ ਉਹਨਾਂ ਦੇ ਵਿੱਚ ਇੱਕ ਵੱਡੀ ਲਕੀਰ ਜਿਹੜੀ ਸੀ ਉਹ ਫੁੱਟ ਦੀ ਖਿੱਚੀ ਗਈ। ਹੁਣ ਇਹ ਫੁੱਟ ਦੀ ਲਕੀਰ ਜਿਹੜੀ ਸਿਧਾਂਤਕ ਸੀ, ਇਹ ਕੋਈ ਆਪਣੀ ਨਿੱਜੀ ਹਉਮੈ ਨੂੰ ਪੱਠੇ ਪਾਉਣ ਲਈ ਨਹੀਂ ਸੀ। ਸਿੰਘ ਜਿਹੜੇ ਲਾਹੌਰ ਦੇ ਸਿੰਘ ਸਭਾਈਏ ਸਨ, ਉਹਨਾਂ ਦੇ ਕੋਲ ਉਹਨਾਂ ਨੇ, ਕਿਉਂਕਿ ਅਸੂਲ ਸੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਗੁਰੂ ਹੋ ਨਹੀਂ ਸਕਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਵੱਲ ਲੱਗਿਆ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਦਿੱਤੀ ਹੈ। ਕਿਸੇ ਵਿਸ਼ੇਸ਼ ਸੋਢੀ ਬਾਬੇ ਜਾਂ ਬੇਦੀ ਬਾਬੇ ਨੂੰ ਗੁਰੂ ਨਹੀਂ ਬਣਾਇਆ, ਕਿਉਂਕਿ ਗੁਰੂ ਅੰਸ਼ ਹੁੰਦਿਆਂ ਹੋਇਆਂ ਵੀ ਜਿਨ੍ਹਾਂ ਉਦਾਸੀਆਂ ਦੀ ਹਿਸਟਰੀ ਅਸੀਂ ਸੁਣੀ ਹੈ, ਉਹਨਾਂ ਨੂੰ ਵੀ ਗੱਦੀ ਦੀ ਪ੍ਰਾਪਤੀ ਨਾ ਹੋਈ। ਤੇ ਗੁਰੂ ਰਾਮਦਾਸ ਮਹਾਰਾਜ ਦੇ ਜਿਹੜੇ ਵਾਰਸ ਸੀਗੇ, ਉਹਨਾਂ ਨੂੰ ਵੀ ਮੀਣੇ ਮਸੰਦ ਕਰਕੇ ਛੇਕ ਦਿੱਤਾ ਗਿਆ। ਉਹ ਵੀ ਅੱਜ ਤੱਕ ਤਨਖਾਹੀਏ ਕਰਾਰ ਆਉਂਦੇ ਹਨ ਜਦੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ। ਇਸ ਵਾਸਤੇ ਦੇਹਧਾਰੀ ਗੁਰੂ ਦਾ ਸਿਲਸਿਲਾ ਗੁਰੂ ਸਾਹਿਬ ਜੀ ਨੇ ਖਤਮ ਕਰਤਾ ਸੀ, ਭਾਵੇਂ ਉਹ ਬੇਦੀਆਂ ਦੀ ਹੋਵੇ। ਅੱਜ ਵੀ ਬਹੁਤ ਸਾਰੇ ਬੇਦੀ ਬਾਬੇ ਹਨ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਔਰ ਘਰਾਂ ਵਿੱਚ ਜਾ ਕੇ ਆਪਣੀ ਪੂਜਾ ਵੀ ਕਰਾਉਂਦੇ ਨੇ, ਔਰ ਆਪਣੇ ਇਹ ਪੂਜਾ ਦਾ ਧਾਨ ਵੀ ਲੈਂਦੇ ਹਨ, ਮੱਥੇ ਵੀ ਟਿਕਾਉਂਦੇ ਹਨ, ਲੱਤਾਂ ਵੀ ਘਟਾਉਂਦੇ ਨੇ, ਮੱਥੇ ਵੀ ਟਿਕਾਉਂਦੇ ਨੇ, ਪੈਸੇ ਵੀ ਲੈਂਦੇ ਨੇ। ਅੱਜ ਵੀ ਇਸ ਕੰਮ ਚੱਲਦਾ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਤੋ ਇਸ ਕਾਰਨ ਕਰਕੇ ਅੰਮ੍ਰਿਤਸਰ ਧੜੇ ਨਾਲੋਂ ਲਾਹੌਰ ਧੜੇ ਦੀ ਫਿਰ ਤੋੜ ਵਿਛੋੜੀ ਹੋਣੇ ਜਾਂ ਵੱਖਰੇ ਹੋ ਜਾਣਾ ਇੱਕ ਸੁਭਾਵਿਕ ਜਿਹੀ ਗੱਲ ਨਜ਼ਰ ਆਉਂਦੀ ਹੈ। ਅੰਮ੍ਰਿਤਸਰ ਵਿੱਚ ਖਾਲਸਾ ਦੀਵਾਨ ਦੀ
ਨਿਯਮਾਂ ਬਾਰੇ ਕਿਉਂਕਿ ਝਗੜਾ ਪੈ ਚੁੱਕਾ ਸੀ। ਹੋਰ ਵੀ ਵਖੇਵੇਂ ਜਿਹੜੇ ਫਿਰ ਵੱਧਦੇ ਅੱਗੇ ਨੂੰ ਵਧੇ ਗਏ। ਇਸ ਲਈ 1885 ਅਕਤੂਬਰ ਦੇ ਮਹੀਨੇ ਵਿੱਚ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਇੱਕ ਖਾਸ ਇਕੱਠ ਜਿਹੜਾ ਸੀ ਉਹਨਾਂ ਨੇ ਕੀਤਾ ਗਿਆ। ਇਸ ਆਪਸੀ ਲੜਾਈ ਨੇ ਖਹਿਬਾਜ਼ੀ ਨੇ ਇੱਕ ਨਵਾਂ ਰੂਪ ਲੈ ਲਿਆ। ਪਹਿਲਾਂ ਤਾਂ ਖੇਮ ਸਿੰਘ ਬੇਦੀ ਦੇ ਭਰੇ ਦੀਵਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਗਦੇਲਾ ਲਾ ਕੇ ਬੈਠਣ ਤੇ ਵਿਚਾਰ ਛਿੜ ਗਈ। ਤੇ ਫਿਰ ਇੱਕ ਉਰਦੂ ਪੁਸਤਕ ਜਿਸ ਦਾ ਨਾਮ ਖੁਰਸ਼ੀਦ ਖਾਲਸਾ ਸੀ, ਉਹ ਦੀਵਾਨ ਦੇ ਵਿੱਚ ਰੱਖੀ ਗਈ, ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਗਈ। ਇਹ ਪੁਸਤਕ ਬਾਬਾ ਨਿਹਾਲ ਸਿੰਘ ਸ਼ਿਸ਼ਰੋਲੀ ਕਲਸੀਆਂ ਨੇ ਲਿਖੀ ਸੀ। ਇਸ ਵਿੱਚ ਨਾਮਧਾਰੀਆਂ ਦੇ ਪ੍ਰਸਿੱਧ ਆਗੂ ਬਾਬਾ ਰਾਮ ਸਿੰਘ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੱਦੀ ਨਸ਼ੀਨ ਬਿਆਨ ਕੀਤਾ ਗਿਆ ਸੀ। ਹੁਣ ਨਵਾਂ ਇੱਕ ਸਿਲਸਿਲਾ, ਇੱਕ ਗੁਰੂ ਖੇਮ ਸਿੰਘ ਬੇਦੀ ਤੇ ਇੱਕ ਗੁਰੂ ਬਾਬਾ ਰਾਮ ਸਿੰਘ ਦਾ ਉਹਦੇ ਚ ਕਿਤਾਬ ਦੇ ਵਿੱਚ ਲਿਖ ਮਾਰਿਆ। ਸਿੰਘ ਸਭਾ ਲਹਿਰ ਨੇ ਇਸ ਪੁਸਤਕ ਦੀ ਵਿਰੋਧਤਾ ਕੀਤੀ। ਸਿੰਘ ਸਭਾ ਲਹਿਰ ਲਾਹੌਰ ਜਿਹੜੀ ਸੀ ਉਹਦੀ ਵਿਰੋਧਤਾ ਕੀਤੀ ਕਿ ਅੰਮ੍ਰਿਤਸਰ ਤਾਂ ਵਿਰੋਧਤਾ ਕਰ ਨਹੀਂ ਸਕਦੀ ਕਿਉਂਕਿ ਉਹ ਆਪ ਗੁਰੂ ਕਹਾਉਂਦੇ ਸਨ, ਬਾਬਾ ਖੇਮ ਸਿੰਘ ਜੀ ਬੇਦੀ। ਪਰ ਸਿੰਘ ਸਭਾ ਲਹਿਰ ਨੇ ਉਹਦੀ ਵਿਰੋਧਤਾ ਕੀਤੀ, ਕਰਨੀ ਸੁਭਾਵਿਕ ਸੀ। ਤੇ ਇੱਕ ਪ੍ਰਸਤਾਵ ਵੀ ਉਹਦੇ ਚ ਰੱਖਿਆ ਮੀਟਿੰਗ ਦੇ ਵਿੱਚ ਕਿ ਸਾਰਿਆਂ ਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਹੈ। ਪਰ ਖੇਮ ਸਿੰਘ ਬੇਦੀ ਨੇ ਅੱਗੋਂ ਇਸ ਪੁਸਤਕ ਦੀ ਸਪੋਰਟ ਕਰ ਦਿੱਤੀ, ਜਿਹਨੂੰ ਅਸੀਂ ਕਹਿੰਦੇ ਹਮਾਇਤ ਕਰ ਦਿੱਤੀ। ਉਹ ਖਾਲੀ ਹਮਾਇਤ ਹੀ ਨਹੀਂ ਕੀਤੀ, ਤਣ ਕੇ ਖੜੇ ਹੋ ਗਏ ਵੀ ਕਿਸੇ ਤਰ੍ਹਾਂ ਵੀ ਮੈਂ ਇਹਦੇ ਉੱਤੇ ਬੈਨ ਜਿਹੜਾ ਹੈ ਨਹੀਂ ਲਾਉਣ ਦੇਣਾ, ਕਿਸੇ ਢੰਗ ਨਾਲ ਵੀ ਇਸ ਪੁਸਤਕ ਨੂੰ ਅਸੀਂ ਬੰਦ ਨਹੀਂ ਕਰਨ ਦੇਣਾ ਜਾਂ ਇਹਦੇ ਵਿਰੋਧ ਨਹੀਂ ਕਰਨਾ। ਤਾਂ ਇਹ ਪ੍ਰਸਤਾਵ ਉੱਥੇ ਪਾਸ ਨਾ ਹੋ ਸਕਿਆ ਕਿਉਂਕਿ ਉਹਨਾਂ ਦਾ ਧੜਾ ਸੀ, ਅੰਮ੍ਰਿਤਸਰ 'ਚ ਮੀਟਿੰਗ ਸੀ। ਬਸ ਇਹ ਜਿਹੜਾ ਇਕੱਠ ਸੀ ਇਹ ਦੋ ਬੁਨਿਆਦੀ ਝਗੜਿਆਂ ਦੇ ਉੱਤੇ ਸੀ ਔਰ ਦੋਹਾਂ ਧਿਰਾਂ ਨੇ ਇਹਦੇ ਨਾਲੋਂ ਫਿਰ ਪਰਮਾਨੈਂਟ ਇੱਕ ਦੂਜੇ ਨਾਲੋਂ ਤੋੜ ਵਿਛੋੜਾ ਜਿਹੜਾ ਸੀ ਉਹ ਕਰ ਲਿਆ। ਅੰਮ੍ਰਿਤਸਰੀ ਧੜਾ ਤੇ ਲਾਹੌਰ ਧੜਾ ਜਿਹੜਾ ਸੀ ਉਹ ਵੱਖਰੇ ਵੱਖਰੇ ਹੋ ਗਏ। ਤਾਂ ਖਾਲਸਾ ਦੀਵਾਨ ਜਿਹੜਾ ਲਾਹੌਰ ਦਾ ਸੀ ਤੇ ਖਾਲਸਾ ਦੀਵਾਨ ਜਿਹੜਾ ਅੰਮ੍ਰਿਤਸਰ ਸੀ ਇਹ ਅਲੱਗ-ਅਲੱਗ ਹੋ ਗਏ। ਇਸ ਤੋਂ ਅੱਗੇ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਹੈ, ਭਾਈ ਗੁਰਮੁਖ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸ ਜਿਹੜੀ ਮੀਟਿੰਗ ਸੀ ਉਹ ਤੋਂ ਤੰਗ ਆ ਕੇ ਜਿੱਥੇ ਗੁਰੂ ਪੰਥ ਦੀ ਨਿਰਾਦੀ ਸਮਝੀ, ਉੱਥੇ ਲਾਹੌਰ ਸਿੰਘ ਸਭਾ ਦਾ ਖਾਲਸਾ ਦੀਵਾਨ ਸੀ ਉਹਦੇ ਵੀ ਹੱਤਕ ਸਮਝੀ, ਜਿਸ ਕਰਕੇ ਲਾਹੌਰ ਪਹੁੰਚਦਿਆਂ ਸਾਰ ਹੀ ਸ੍ਰੀ ਗੁਰੂ ਸਿੰਘ ਸਭਾ ਦੇ ਮੈਂਬਰਾਂ ਦੀ ਇੱਕ ਇਕੱਤਰਤਾ ਬੁਲਾਈ। ਸਰਬਸੰਮਤੀ ਨਾਲ ਪਾਸ ਹੋਣ ਤੇ ਫਿਰ ਖਾਲਸਾ ਦੀਵਾਨ ਲਾਹੌਰ ਦੀ ਨੀਂਹ ਰੱਖ ਦਿੱਤੀ ਗਈ। ਇੱਕ ਖਾਲਸਾ ਦੀਵਾਨ ਲਾਹੌਰ ਜਿਹੜਾ ਸੀ ਇਹ ਬਣ ਗਿਆ 1885 ਦੇ ਵਿੱਚ 1885 ਦੇ ਵਿੱਚ। ਇਹ ਖਾਲਸਾ ਦੀਵਾਨ ਅੰਮ੍ਰਿਤਸਰ ਧੜੀ ਨਾਲੋਂ ਬਿਲਕੁਲ ਅਲੱਗ, ਬਿਲਕੁਲ ਆਜ਼ਾਦ ਤੇ ਬਿਲਕੁਲ ਉਹਦੇ ਨਾਲ ਕੋਈ ਸੰਬੰਧ ਨਹੀਂ ਸੀ। ਇਹਦੇ ਸਾਰੇ ਹੀ ਮੈਂਬਰ ਜਿਹੜੇ ਸਨ ਖਾਲਸਾ ਦੀਵਾਨ ਦੇ, ਇਹ ਪੰਥਕ ਦੇ ਸੁਧਾਰ ਦੇ ਵਿੱਚ ਖੁੱਲ੍ਹ ਕੇ ਮੈਦਾਨ ਦੇ ਵਿੱਚ ਨਿਤਰਨੇ ਸ਼ੁਰੂ ਹੋਏ। ਇਹ ਅਗਾਂਹ ਵਧੂ ਖਿਆਲਾਂ ਦੇ ਪਰ ਪੱਕੇ ਤਤ ਖਾਲਸੇ ਜਿਹੜੇ ਸਨ ਉਹ ਸਨ। ਤੋਂ ਜਿਹੜਾ ਖਾਲਸਾ ਦੀਵਾਨ ਲਾਹੌਰ ਬਣਿਆ, ਇਹਦੇ ਜਿਹੜੇ ਆਗੂ ਸਨ ਇਹ ਅਗਾਂਹ ਵਧੂ ਵਿਚਾਰਾਂ ਦੇ ਸਨ ਵੀ ਮਾਡਰਨ ਸਮੇਂ ਦੇ ਨਾਲ ਵੀ ਮਿਲ ਕੇ ਚੱਲਣਾ ਚਾਹੀਦਾ ਹੈ। ਸਾਨੂੰ ਭਾਸ਼ਾਵਾਂ ਦੀ ਜਾਣਕਾਰੀ, ਅੱਗੇ ਜਾ ਕੇ ਦਾ ਵਿਚਾਰ ਆਏਗਾ ਕਿ ਉਹਨਾਂ ਨੇ ਅੱਗੇ ਕੀ ਕੀ ਟੀਚੇ ਰੱਖੇ, ਲੇਕਿਨ ਭਾਸ਼ਾਵਾਂ ਦੀ ਜਾਣਕਾਰੀ, ਗੁਰਬਾਣੀ ਦੀ ਵਿਚਾਰ ਤੇ ਇਹਨਾਂ ਦਾ ਸੀ ਵੀ ਸਾਨੂੰ ਐਜੂਕੇਟ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਦੂਜੀਆਂ ਕੌਮਾਂ ਦਾ ਜਾਂ ਦੂਜਿਆਂ ਬੰਦਾ ਮੁਕਾਬਲਾ ਕਰ ਸਕੀਏ। ਇਹ ਅਗਾਂਹ ਵਧੂ ਖਿਆਲਾਂ ਦੇ ਸਨ, ਪਿਛਾਂ ਖਿੱਚੂ ਖਿਆਲਾਂ ਦੇ ਇਹ ਆਗੂ ਨਹੀਂ ਸਨ। ਤੇ ਦੂਸਰੇ ਪਾਸੇ ਰਹਿਤ ਵਿੱਚ ਪਰਪੱਕਤਾ ਤੇ ਤਤ ਖਾਲਸੇ ਜਿਹੜੇ ਇਹਨਾਂ ਨੂੰ ਮੰਨਿਆ ਜਾਂਦਾ ਸੀ। ਇਸ ਦੀਵਾਨ ਦੇ ਜਦੋਂ ਇਹ ਦੀਵਾਨ ਖਾਲਸਾ ਦੀਵਾਨ ਲਾਹੌਰ ਬਣ ਗਿਆ ਤੇ ਕਾਇਮ ਹੁੰਦਿਆਂ ਸਾਰ ਫਿਰ ਸ਼ੁੱਧੀ ਪ੍ਰਚਾਰ ਸਿੱਖੀ ਦਾ, ਜਿਹਨੂੰ ਕਹਿੰਦੇ ਸਿੱਖੀ ਦਾ ਸ਼ੁੱਧੀ ਪ੍ਰਚਾਰ, ਸ਼ੁੱਧ ਪ੍ਰਚਾਰ ਜਿਹਨੂੰ ਕਹਿੰਦੇ ਅਸਲੀ ਪ੍ਰਚਾਰ ਜਿਹੜਾ ਸੀ, ਸਿਧਾਂਤਕ ਪ੍ਰਚਾਰ ਜਿਹੜਾ ਸੀ ਉਹ ਸ਼ੁਰੂ ਹੋ ਗਿਆ। 1885 ਦੇ ਵਿੱਚ ਇਹਨਾਂ ਨੇ ਜਦੋਂ ਵੱਖਰਾ ਦੀਵਾਨ ਬਣਾ ਲਿਆ ਤਾਂ ਫਿਰ ਜਿਹੜਾ ਛੂਆਛਾਤ ਦੀ ਜਾਤ ਪਾਤ ਦੇ ਆਧਾਰ ਤੇ ਆਨੰਦ ਵਿਆਹ ਦੀ ਮਰਿਆਦਾ ਜਿਹੜੀ ਸੀ ਉਹ ਜਾਤ ਪਾਤ ਨੂੰ ਕੱਟ ਕੇ ਆਨੰਦ ਵਿਆਹ ਦੀ ਮਰਿਆਦਾ ਜਿਹੜੀ ਸੀ ਪ੍ਰਚਲਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਬਿਨਾਂ ਕਿਸੇ ਜਾਤ ਗੋਤ ਦੇ ਵਿਚਾਰੇ ਹੋਏ ਜਿਹੜੇ ਵਿਆਹ ਹਨ, ਇੱਕ ਦੂਜੇ ਦੀਆਂ ਇੰਟਰਕਾਸਟ ਜਿਹਨੂੰ ਮੈਰਿਜ ਅਸੀਂ ਕਹਿੰਦੇ ਹਾਂ,
ਜਾਂ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ, ਨੀਵੀਆਂ ਜਾਤਾਂ ਕਹਿੰਦਾ ਸੀ ਇਹਨੂੰ, ਅਸੀਂ ਅੱਜ ਕੱਲ੍ਹ ਅਸੀਂ ਐਸਸੀ ਕਹਿ ਦਿੰਦੇ ਹਾਂ ਜਾਂ ਉਹ ਟ੍ਰਾਈਬਸ ਕਹਿ ਦਿੰਦੇ ਹਾਂ। ਤਾਂ ਉਹਨਾਂ ਦੇ ਇਹਨੂੰ ਨਫ਼ਰਤ ਨਾ ਕੀਤੀ ਜਾਏ, ਸਗੋਂ ਸਿੱਖ ਨੂੰ ਸਿੱਖ ਸਮਝਿਆ ਜਾਵੇ ਤੇ ਸਿੱਖ ਆਪੋ ਵਿੱਚ ਭਾਈ ਬੰਦੇ ਹੋਣ ਕਰਕੇ ਰਿਸ਼ਤੇ ਨਾਤੇ ਜਿਹੜੇ ਹਨ ਉਹ ਕਰਨ। ਤਾਂ ਸਿੱਖ ਇਸਤਰੀਆਂ ਨੂੰ ਫਿਰ ਖੰਡੇ ਬਾਟੇ ਦੀ ਪਹੁਲ ਛਕਾਉਣ ਲੱਗ ਜਿਹੜੀ ਦਿੱਤੀ ਜਾਣ ਲੱਗ ਪਈ, ਜਿਹੜੀ ਕਿ ਸਿੱਖ ਬੀਬੀਆਂ ਨੂੰ ਪਹਿਲਾਂ ਖੰਡੇ ਬਾਟੇ ਦਾ ਛਕਾਉਣ ਦਾ ਰਵਾਇਤ ਜਿਹੜੀ ਸੀ ਬੇਬੀ ਤੇ ਸੋਢੀ ਬਾਬਿਆਂ ਨੇ ਬੰਦ ਕਰ ਦਿੱਤਾ ਸੀ। ਤਾਂ ਇਹ ਨਾ ਸਿੰਘ ਸਭਾ ਲਹਿਰ ਲਾਹੌਰ ਨੇ ਫਿਰ ਸਿੱਖ ਬੀਬੀਆਂ ਨੂੰ ਵੀ ਖੰਡੇ ਦਾ ਅੰਮ੍ਰਿਤ ਜਿਹੜਾ ਸੀ ਛਕਾਉਣਾ ਸ਼ੁਰੂ ਕਰ ਦਿੱਤਾ। ਤਾਂ ਰਾਵਲਪਿੰਡੀ ਦੇ ਜਿਹੜੇ ਨਿਰੰਕਾਰੀ ਪ੍ਰਚਾਰਕ ਸਨ ਉਸ ਵੇਲੇ, ਉਹਨਾਂ ਨੇ ਕਿਉਂ ਆਨੰਦ ਵਿਆਹ ਦੇ ਪਹਿਲੇ ਹੀ ਹਾਮੀ ਸਨ, ਸਪੋਰਟਰ ਸਨ ਆਨੰਦ ਵਿਆਹ ਦੇ, ਤਾਂ ਉਹਨਾਂ ਨੇ ਸਿੰਘ ਸਭਾ ਲਹਿਰ ਦੇ ਨਾਲ ਪੂਰੀ ਤਰ੍ਹਾਂ ਆਪਣਾ ਮਿਲਵਰਤਨ ਜਿਹੜਾ ਸੀ ਉਹ ਦਿੱਤਾ, ਜਿਹੜੇ ਰਾਵਲਪਿੰਡੀ ਦੇ ਨਿਰੰਕਾਰੀ ਸਨ। ਹਾਲਾਂਕਿ ਨਿਰੰਕਾਰੀਆਂ ਦਾ ਇੱਕ ਸੈਕਟ ਜਿਹੜਾ ਸੀ ਉਹ ਬਾਬਾ ਰਾਮ ਸਿੰਘ ਨੂੰ ਗੁਰੂ ਪ੍ਰੋਜੈਕਟ ਕਰ ਰਿਹਾ ਸੀ ਵੀ ਬਾਬਾ ਰਾਮ ਸਿੰਘ ਜੀ ਜਿਹੜੇ ਹਨ ਉਹ ਗੁਰੂ ਹਨ। ਤਾਂ ਫਿਰ ਇਹ ਜਦੋਂ ਇਹਨਾਂ ਨੂੰ ਕੌਮ ਵੱਲੋਂ ਸਪੋਰਟ ਮਿਲਣੀ ਸ਼ੁਰੂ ਹੋਈ ਜਾਂ ਇਹਨਾਂ ਨੂੰ ਖਾਲਸਾ ਦੀਵਾਨ ਲਾਹੌਰ ਦੀ ਜਿਹੜੀ ਸੀ ਗੱਲ ਮੰਨੀ ਜਾਣ ਲੱਗ ਪਈ, ਤਾਂ ਫਿਰ ਇਹਨਾਂ ਨੇ ਕੁਝ ਨਿਯਮ ਬਣਾਏ ਵੀ ਖਾਲਸਾ ਦੀਵਾਨ ਲਾਹੌਰ ਦੇ ਨਿਯਮ ਕੀ ਹਨ। ਉਹਦੇ ਵਿੱਚ ਸੀ ਕਿ ਹਰੇਕ ਸਿੱਖ ਨੂੰ ਜੋ ਦੀਵਾਨ ਜਾਂ ਸਿੰਘ ਸਭਾ ਦੀ ਹੋਰ ਕਿਸੇ ਵੀ ਜਥੇਬੰਦੀ ਦਾ ਮੈਂਬਰ ਹੋਵੇ, ਇੱਕ ਸਮਾਨ ਅਧਿਕਾਰ ਦਿੱਤਾ ਜਾਵੇ। ਉਹਦੇ ਚ ਬਰਾਬਰ ਦਾ ਅਧਿਕਾਰ ਦਾ ਇਹਦੀ ਪਹਿਲਾਂ ਗੱਲ ਕੀਤੀ ਗਈ। ਅੰਮ੍ਰਿਤਸਰ ਦੀ ਤਰ੍ਹਾਂ ਇੱਥੇ ਨਾ ਕੋਈ ਗਰੀਬ ਖਾਲਸਾ ਦੀਵਾਨ ਸੀ ਤੇ ਨਾ ਕੋਈ ਸ੍ਰੇਸ਼ਟ ਖਾਲਸਾ ਦੀਵਾਨ ਸੀ, ਜਾਂ ਕੋਈ ਅਮੀਰ ਖਾਲਸਾ ਦੀਵਾਨ ਸੀ ਜਾਂ ਅਮੀਰ ਖੰਡ ਖਾਲਸਾ ਦੀਵਾਨ ਸੀ। ਉਸ ਢੰਗ ਦਾ ਇਹਨਾਂ ਨੇ ਉਹ ਵੰਡੀਆਂ ਨਹੀਂ ਕੀਤੀਆਂ। ਜਿਸ ਤਰ੍ਹਾਂ ਅੰਮ੍ਰਿਤਸਰ ਧੜੀ ਵਿੱਚ 3 ਤਰ੍ਹਾਂ ਦੇ, ਇੱਕ ਅਮੀਰ ਇੱਕ ਗਰੀਬ, ਤੇ ਇਸ ਤਰ੍ਹਾਂ ਖਾਲਸਾ ਦੀਵਾਨ ਜਿਹੜੇ ਸੀ ਉਹ ਵੰਡੇ ਗਏ ਸੀ। ਭਾਵ ਆਰਥਿਕਤਾ ਦੇ ਤੌਰ ਦੇ ਉੱਤੇ ਇਹਨਾਂ ਨੇ ਕੌਮ ਦੀਆਂ ਵੰਡੀਆਂ ਨਹੀਂ ਪਾਈਆਂ। ਇੱਥੇ ਸਾਰੇ ਗਰੀਬ ਤੇ ਅਮੀਰਾਂ ਨੂੰ ਇੱਕੋ ਜਿਹਾ ਦਰਜਾ ਜਿਹੜਾ ਸੀ ਉਹ ਦਿੱਤਾ ਗਿਆ। ਸ੍ਰੇਸ਼ਟ ਸਭਾ ਇੱਥੇ ਵੀ ਰੱਖੀ ਗਈ। ਇੱਕ ਸ੍ਰੇਸ਼ਟ ਸਭਾ ਸੀ ਜਿਹਦੇ ਵਿਦਵਾਨ ਤੇ ਦੂਜੇ ਸਨ, ਉਹਨਾਂ ਨੂੰ ਇੱਕ ਸ੍ਰੇਸ਼ਟ ਸਭਾ ਕਿਹਾ ਜਾਂਦਾ ਸੀ, ਪਰ ਅਮੀਰ ਤੇ ਗਰੀਬ ਦਾ ਨਾਮ ਜਿਹੜਾ ਸੀ ਇੱਥੋਂ ਹਟਾ ਦਿੱਤਾ ਗਿਆ। ਸ੍ਰੇਸ਼ਟ ਸਭਾ ਨੇ ਦੂਜੇ ਸ਼ਬਦਾਂ ਦੇ ਵਿੱਚ ਕੰਮ ਕਰਨਾ ਸੀ, ਜਾਂ ਇਹ ਕਹਿ ਲਈਏ ਕਿ ਵਰਕਿੰਗ ਕਮੇਟੀ ਅਸੀਂ ਕਹਿ ਸਕਦੇ ਹਾਂ ਸ੍ਰੇਸ਼ਟ ਸਭਾ ਨੂੰ। ਦੂਜਾ ਜੇ ਇੰਗਲਿਸ਼ ਅਸੀਂ ਗੱਲ ਕਰਨੀ ਹੋ ਤਾਂ ਵਰਕਿੰਗ ਕਮੇਟੀ ਜਿਹੜੀ ਹੈ ਜਿਹਨੇ ਕੰਮ ਕਰਨਾ ਸੀ ਉਹਦਾ ਨਾਮ ਸ੍ਰੇਸ਼ਟ ਸਭਾ ਰੱਖਿਆ ਗਿਆ, ਵਰਕਿੰਗ ਕਮੇਟੀ ਜਿਹੜਾ ਸੀ ਉਹ ਰੱਖਿਆ ਗਿਆ। ਤਾਂ ਇਸ ਵਿੱਚ ਹਰੇਕ ਮੈਂਬਰ ਦੀ ਵਿਦਿਅਕ ਯੋਗਤਾ ਵੀ ਉਸਦੀ ਜਿਹੜੀ ਸ੍ਰੇਸ਼ਟਤਾ ਦਾ ਪ੍ਰਮਾਣ ਮੰਨੀ ਗਈ। ਉਹਦੀ ਵਿਦਿਅਕ ਯੋਗਤਾ ਕਿੰਨੀ ਹੈ, ਵਿਦਿਅਕ ਯੋਗਤਾ ਦੇ ਆਧਾਰ ਦੇ ਉੱਤੇ ਹੀ ਉਹਨਾਂ ਨੂੰ ਉਸ ਕਮੇਟੀ ਦਾ ਮੈਂਬਰ ਜਿਹੜਾ ਸੀ ਉਹ ਬਣਾਇਆ ਜਾਣ ਲੱਗ ਪਿਆ। ਤਾਂ ਇੱਥੇ ਇਸ ਤੋਂ ਬਿਨਾਂ ਐਜੂਕੇਸ਼ਨ ਤੋਂ ਬਿਨਾਂ ਹੋਰ ਕੋਈ ਊਚ ਨੀਚ ਦਾ ਸਵਾਲ ਨਹੀਂ ਸੀ ਵੀ ਕਿਸ ਜਾਤੀ ਵਿੱਚੋਂ ਹੈ, ਕਿੱਥੋਂ ਆਇਆ ਹੈ, ਕਿ ਕਿੱਥੋਂ ਇਹ ਪੈਦਾ ਹੋਇਆ ਹੈ। ਇਹਦਾ ਸਵਾਲ ਜਿਹੜਾ ਸੀ ਇਹ ਬਿਲਕੁਲ ਹੀ ਇਹਨਾਂ ਨੇ ਖਤਮ ਕਰ ਦਿੱਤਾ। ਤਾਂ ਮੋਟੇ ਜਿਹੜੇ ਨਿਯਮ ਬਣਾਏ ਗਏ ਇਹਦੇ, ਉਹ ਅਸੀਂ ਖਾਲਸਾ ਦੀਵਾਨ ਲਾਹੌਰ ਖਾਲਸੇ ਦੀ ਉਸ ਮਜਲਿਸ ਦਾ ਨਾਂ ਹੈ ਜਿਸ ਵਿੱਚ ਹਰ ਇੱਕ ਸਭਾ ਜੋ ਸ਼ਾਮਲ ਹੋਵੇ ਉਹ ਆਪਣਾ ਵਕੀਲ ਭੇਜੇ, ਜਾਣੀ ਹਰ ਇੱਕ ਸਭਾ ਦਾ ਵਕੀਲ ਜਦ ਮਿਲ ਕੇ ਬੈਠਣ ਤਾਂ ਉਸ ਨਾਲ ਸਭਾ ਦਾ ਨਾਮ ਖਾਲਸਾ ਦੀਵਾਨ ਹੈ। ਭਾਵ ਖਾਲਸਾ ਦੀਵਾਨ ਲਾਹੌਰ ਖਾਲਸੇ ਦੀ ਉਸ ਮਜਲਿਸ ਦਾ ਨਾਮ ਹੈ, ਉਸ ਇਕੱਠ ਦਾ ਨਾਮ ਹੈ ਜਿਸ ਵਿੱਚ ਹਰ ਇੱਕ ਸਭਾ, ਜਿੰਨੀਆਂ ਵਿੱਚ ਛੋਟੀਆਂ ਸਭਾਵਾਂ ਹਨ ਉਹ ਸਾਰੀਆਂ ਹੀ ਸ਼ਾਮਲ ਹੋਣ। ਭਾਵ ਜਾਂ ਉਹ ਉਹਨਾਂ ਦੇ ਜਿਹੜੇ ਮੈਂਬਰ ਹਨ ਉਹ ਆਗੂ ਸ਼ਾਮਲ ਹੋਣ, ਜਾਂ ਆਪਣਾ ਕੋਈ ਨੁਮਾਇੰਦਾ ਜਿਹੜਾ ਹੈ ਉਹਦੇ ਚ ਭੇਜਣ, ਤੇ ਉਸ ਇਕੱਠ ਦਾ ਨਾਮ ਜਿਹੜਾ ਸੀ ਉਹਦਾ ਖਾਲਸਾ ਦੀਵਾਨ ਨਾਂ ਰੱਖਿਆ ਗਿਆ। ਭਾਵ ਵੀ ਸਾਰੇ ਹੀ ਜਿਹੜੀਆਂ ਸਿੰਘ ਸਭਾ ਸੁਸਾਇਟੀਆਂ ਹਨ ਉਹਨਾਂ ਦੀ ਜਿਹੜੀ ਇਕੱਠ ਹੈ ਉਹਦਾ ਨਾਮ ਖਾਲਸਾ ਦੀਵਾਨ ਜਿਹੜਾ ਸੀ ਉਹ ਰੱਖਿਆ ਗਿਆ। ਤਾਂ ਸਿੰਘ ਸਭਾ ਦੇ ਵਕੀਲ ਜਿਹੜਿਆਂ ਨੂੰ ਕਹਿੰਦੇ ਨੁਮਾਇੰਦੇ, ਉਹ ਵਿਅਕਤੀ ਹੁੰਦੇ ਸਨ ਜਿਨ੍ਹਾਂ ਨੂੰ ਸਿੰਘ ਸਭਾ ਜਾਂ ਆਪਣੇ ਵੱਲੋਂ ਮੁਖਤਿਆਰ ਬਣਾ ਕੇ ਖਾਲਸਾ ਦੀਵਾਨ ਵਿੱਚ ਸਰਬਸੰਮਤੀ ਦੇ ਨਾਲ ਭੇਜਿਆ ਜਾਂਦਾ ਸੀ। ਜਿਹੜੀਆਂ ਆਮ ਬੰਦਾ ਉਹਦੇ 'ਚ ਨਹੀਂ ਸੀ ਆ ਸਕਦਾ, ਉਹਨੂੰ ਇਹ ਪਹਿਲਾਂ ਆਪਣੀ ਜਿਹੜੀ ਉਹਦੀ ਜਥੇਬੰਦੀ ਸੀ ਉਹਦੇ ਵੱਲੋਂ ਬਕਾਇਦਾ ਇੱਕ ਅਸੀਂ ਕਹਿੰਦੇ ਅਥਾਰਟੀ ਹੋਣੀ ਚਾਹੀਦੀ ਹੈ ਵੀ ਉਹ ਮੀਟਿੰਗ ਦੇ ਵਿੱਚ ਜਾ ਕੇ ਸਿੰਘ ਸਭਾ ਦੀ ਮੀਟਿੰਗ ਦੇ ਵਿੱਚ ਬੈਠ ਸਕੇ। ਤੀਸਰਾ ਸੀ ਵੀ ਜਿਹੜਾ ਵੀ ਫੈਸਲਾ ਹੋਏਗਾ ਬਹੁਤ ਸੰਮਤੀ ਦੇ ਨਾਲ ਹੋਏਗਾ। ਫਿਰ ਇਸ ਤੋਂ ਬਾਅਦ ਚੀਫ ਸਕੱਤਰ ਵਿੱਚ ਕੁਝ ਗੱਲਾਂ ਲਿਖੀਆਂ ਗਈਆਂ ਵੀ ਸਿੰਘ ਹੋ ਕੇ ਰਹਿਤ ਕੱਚੀ ਨਾ ਹੋਵੇ, ਨੇਕ ਚੱਲਣ ਚਾਲ ਹੋਵੇ, ਗੁਰਮਤ ਤੇ ਗੁਰ ਇਤਿਹਾਸ ਦਾ ਵਾਕਫ ਹੋਵੇ। ਹੁਣ ਦੇ ਸਮੇਂ ਕਮੇਟੀਆਂ ਦਾ ਉਹਨੂੰ ਜਿੰਨੀਆਂ ਕਮੇਟੀਆਂ ਕਰ ਰਹੀਆਂ ਹਨ ਕੰਮ, ਉਹਨਾਂ ਦੀ ਉਹਨੂੰ ਇਲਮ ਹੋਵੇ, ਭਾਵ ਵਾਕਫੀਅਤ ਹੋਵੇ। ਤੇ ਫਿਰ
30 ਸਾਲ ਤੋਂ ਉਮਰ ਘੱਟ ਨਾ ਹੋਵੇ। ਚੌਥਾ ਅਗਲਾ ਸੀ ਵਿਦਵਾਨ ਹੋਵੇ। ਇਹ ਕੋਈ ਸ਼ਰਤਾਂ ਸੀ ਜਿਹੜੀਆਂ ਉਹਨਾਂ ਨੇ ਰੱਖੀਆਂ ਗਈਆਂ ਵੀ ਜਿਹੜੇ ਮੈਂਬਰ ਬਣਨ ਦੀਆਂ ਸੀ, ਵੀ ਇਹਨਾਂ ਕੇ ਗੁਣ ਜਿਹੜੇ ਆ ਹੋਣੇ ਚਾਹੀਦੇ ਨੇ ਕਿ ਉਹਨਾਂ ਦਾ ਕਰੈਕਟਰ ਵਧੀਆ ਹੋਵੇ। ਦੂਸਰਾ, ਉਹ ਸਾਬਤ ਸੂਰਤ ਸਿੰਘ ਹੋਵੇ। ਤੀਸਰਾ ਸੀ ਉਹਦਾ ਰਹਿਤ ਜਿਹੜੀ ਹੈ ਪੱਕੀ ਪਰਪੱਕ ਰਹਿਤ ਵਿੱਚ ਪਰਪੱਕ ਹੋਵੇ, ਭਾਵ ਨਿਤਨੇਮੀ ਹੋਵੇ, ਗੁਰਬਾਣੀ ਦਾ ਵਿਚਾਰ ਕਰਨ ਵਾਲਾ ਹੋਵੇ, ਗੁਰਮਤਿ ਤੇ ਗੁਰ ਇਤਿਹਾਸ ਦਾ ਪੂਰੀ ਤਰ੍ਹਾਂ ਵਾਕਫ ਹੋਵੇ। ਜਿਹੜੀਆਂ ਕਮੇਟੀਆਂ ਧਰਮ ਪ੍ਰਚਾਰ ਜਾਂ ਧਰਮ ਦੇ ਖੇਤਰ ਵਿੱਚ ਚੱਲ ਰਹੀਆਂ ਹਨ ਉਹਦਾ ਉਹਨੂੰ ਗਿਆਨ ਹੋਵੇ ਕਿ ਕਿਹੜੀਆਂ ਕਿਸ ਤਰ੍ਹਾਂ ਦਾ ਕੰਮ ਕਰਦੀਆਂ ਹਨ, ਇਹਨਾਂ ਸਾਰਾ ਦਾ ਉਹਨੂੰ ਗਿਆਨ ਹੋਵੇ। ਤੇ ਇਹਨਾਂ ਜਿਹੜੀ 30 ਸਾਲ ਤੋਂ ਘੱਟ ਉਮਰ ਦਾ ਨਾ ਹੋਵੇ। ਇਹ ਕੁਝ ਸ਼ਰਤਾਂ ਸੀ ਜਿਹੜੀਆਂ ਇਸ ਚੀਫ ਖਾਲਸਾ ਜਿਹੜੇ ਖਾਲਸਾ ਦੀਵਾਨ ਲਾਹੌਰ ਨੇ ਉਸ ਵੇਲੇ ਰੱਖੀਆਂ ਗਈਆਂ। ਕਮੇਟੀ ਦੇ ਸਾਰੇ ਮੈਂਬਰਾਂ ਤੇ ਹੀ ਕਹਿੰਦੇ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਜਾਣ, ਪਰ ਹਰ ਇੱਕ ਸਹਾਇਕ ਜਾਂ ਜੇ ਕੋਈ ਸਪੋਰਟਰ ਜਾਂ ਅਸਿਸਟੈਂਟ ਅਸੀਂ ਹੋਵੇ ਤਾਂ ਉਹ 25 ਸਾਲ ਤਾਂ ਉਮਰ ਤੋਂ ਘੱਟ ਨਾ ਹੋਵੇ। ਜੇ ਕੋਈ ਉਹਨਾਂ ਨੇ ਮਦਦ ਲੈਣੀ ਹੈ ਜਾਂ ਸਪੋਰਟ ਲੈਣੀ ਹੈ ਤਾਂ 25 ਸਾਲ ਤੋਂ ਘੱਟ ਨਾ ਹੋਵੇ। ਭਾਵ ਇਹ ਜਿਹੜਾ ਸੀ ਇਹ ਵੀ ਇੱਕ ਸ਼ਰਤ ਜਿਹੜੀ ਉਹ ਚ ਪਾ ਦਿੱਤੀ ਗਈ, ਥੋੜਾ ਜਿਹੀ ਰਿਲੈਕਸ ਕਰ ਦਿੱਤੀਆਂ ਗਈਆਂ 30 ਸਾਲ ਦੀ ਸ਼ਰਤ ਨੂੰ। ਇਸ ਵੱਧ ਪਾ ਕੇ ਵੀ ਇੱਕ ਸਹਾਇਕ ਜਿਹੜਾ ਹੈ ਜਾਂ ਅਸਿਸਟੈਂਟ ਕਹਿ ਲਈਏ ਅਸੀਂ ਦੂਜੇ ਲਫ਼ਜ਼ਾਂ ਵਿੱਚ, ਤਾਂ ਉਹਦੀ ਉਮਰ 25 ਸਾਲ ਵੀ ਹੋ ਸਕਦੀ ਹੈ, ਪਰ 25 ਸਾਲ ਤੋਂ ਘੱਟ ਜਿਹੜੀ ਉਮਰ ਹੈ ਉਹ ਨਹੀਂ ਹੋ ਸਕਦੀ। ਹਾਲਾਂਕਿ ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ, ਮੈਂ ਇਹ ਇਤਿਹਾਸ ਦੇ ਪੱਖ ਤੋਂ ਦੇਖਦਾ ਹਾਂ, ਲੇਕਿਨ ਕਿਉਂਕਿ ਉਸ ਵੇਲੇ ਲੋੜ ਸੀ ਇਹ ਉਹਨਾਂ ਵਿਦਵਾਨਾਂ ਦੀ ਜਿਨ੍ਹਾਂ ਨੇ ਕੁਝ ਗਿਆਨ ਹਾਸਲ ਕਰ ਚੁੱਕਿਆ ਸੀ ਵਿਦਿਆ ਦੇ ਖੇਤਰ ਵਿੱਚ ਵੀ, ਤੇ ਦੂਜੀਆਂ ਕੌਮਾਂ ਦੇ ਮੁਕਾਬਲੇ ਧਰਮ ਪਖਵੀਰ ਜਿਹਨੂੰ ਅਸੀਂ ਕੰਪੈਰੀਟਿਵ ਸਟੱਡੀ ਕਹਿੰਦੇ ਆ, ਉਹਨਾਂ ਦੀ ਗਿਆਨ ਦੀ ਗੱਲ ਸੀ, ਜਿਸ ਕਰਕੇ ਇਹ ਸ਼ਰਤਾਂ ਜਿਹੜੀਆਂ ਸੀ ਰੱਖੀਆਂ ਗਈਆਂ। ਫਿਰ ਉਹਨਾਂ ਨੇ ਵੀ ਕਿਹਾ ਵੀ ਇਹ ਕਮੇਟੀ ਦੇ ਜਿਹੜੇ ਸਹਾਇਕ ਨੇ, ਜਿਹਨੂੰ ਅਸੀਂ ਕਿਹਾ ਵੀ ਉਹਨਾਂ ਦੇ ਸਪੋਰਟਰ ਜਿਹੜੇ ਜਾਂ ਉਹਨਾਂ ਦੇ ਅਸਿਸਟੈਂਟ ਕਹਿ ਲਈਏ, ਉਹ ਇਹੋ ਜਿਹੇ ਰੱਖਣੇ ਚਾਹੀਦੇ ਨੇ ਜਾਂ ਇਹੋ ਜਿਹੇ ਹੋਣੇ ਚਾਹੀਦੇ ਹਨ ਜਿਹੜੇ ਕਿ ਕੋਈ ਨਾ ਕੋਈ ਕੰਮ ਜਿਹੜਾ ਹੈ ਅੱਗੇ ਹੋ ਕੇ ਅਗਾਂਹ ਵਧੂ ਹੋ ਕੇ ਕਰ ਸਕਣ। ਇਹ ਸ਼ਰਤਾਂ ਜਿਹੜੀਆਂ ਸੀ ਉਹਦੇ ਚ ਪਾਈਆਂ ਗਈਆਂ ਤੇ 24-25 ਪੁਆਇੰਟ ਸਨ। ਮੋਟੀਆਂ ਸ਼ਰਤਾਂ ਮੈਂ ਆਪ ਜੀ ਦੇ ਨਾਲ ਜਿਹੜੀਆਂ ਹਨ ਉਹ ਸਾਂਝੀਆਂ ਕੀਤੀਆਂ ਹਨ, ਜਿਹੜੀਆਂ ਇਸ ਖਾਲਸਾ ਦੀਵਾਨ ਲਾਹੌਰ ਨੇ ਉਸ ਵੇਲੇ ਰੱਖੀਆਂ। ਇਸ ਤੋਂ ਬਾਅਦ ਵਿਦਿਆ ਤੇ ਸਾਹਿਤਕ ਪ੍ਰਚਾਰ ਦੀ ਜਿਹੜੀ ਤਰੱਕੀ ਹੁੰਦੀ ਹੈ, ਤਾਂ ਸਿੰਘ ਸਭੀਆਂ ਦੀ ਪਹਿਲਾਂ ਤੱਕ ਤਾਂ ਆਪੋ ਚ ਖਿੱਚੋਤਾਣੀ ਚੱਲਦੀ ਰਹੀ, ਝਗੜੇ ਹੀ ਚੱਲਦੇ ਰਹੇ। ਖਾਲਸਾ ਕਾਲੀ ਬਣਾਉਣ ਲਈ ਕਈ ਵਾਰ ਇਕੱਠ ਹੋਏ। ਸਿੱਖ ਸਾਹਿਤ ਦੇ ਪ੍ਰਚਾਰ ਦਾ ਕੰਮ ਸਿੰਘ ਸਭਾ ਵੱਲੋਂ ਜਿਉਂ ਦਾ ਤਿਉਂ ਜਿਹੜਾ ਸੀ ਉਹ ਥੋੜਾ ਬਹੁਤਾ ਚੱਲਦਾ ਰਿਹਾ, ਆਪਸੀ ਫੁੱਟ ਦੇ ਬਾਵਜੂਦ ਵੀ। ਬਾਬਾ ਖੇਮ ਸਿੰਘ ਨੇ ਆਪਣਾ ਇੱਕ ਪੱਤਰ, ਜਿਹਦਾ ਮੈਗਜ਼ੀਨ ਅਸੀਂ ਕਹਿੰਦੇ ਆ, ਉਹਦਾ ਨਾਮ ਗੁਰਮਤਿ ਪ੍ਰਕਾਸ਼ਕ ਸੀ, ਉਹ ਚਲਾਇਆ ਹੋਇਆ ਸੀ। ਸਰਕਾਰ ਪੰਜਾਬ ਦੀ ਸਰਕਾਰ ਸੀ ਉਸ ਵੇਲੇ, ਉਹਦੇ ਕੋਲ ਉਹਨਾਂ ਨੇ ਇੱਕ ਕਹਿੰਦੇ ਆ ਦਰਖਾਸਤ ਕਰਕੇ ਜਾਂ ਐਪਲੀਕੇਸ਼ਨ ਦੇ ਕੇ ਪੁਰਾਤਨ ਜਨਮ ਸਾਖੀ ਜਿਹੜੀ ਉਹ ਵਲਾਇਤ ਤੋਂ ਛੁਪਾ ਕੇ, ਇੰਗਲੈਂਡ ਤੋਂ ਛੁਪਾ ਕੇ ਜਿਹੜੀ ਸੀ ਉਹ ਮੰਗਵਾ ਕੇ ਜਿਹੜੀ ਉਹ ਛਾਪ ਕੇ ਮੁਫਤ ਵੰਡੀ ਗਈ। ਪੁਰਾਤਨ ਜਨਮ ਸਾਖੀ ਜਿਹੜੀ ਸੀ ਇਹਦੇ ਵੱਲੋਂ ਬਾਬਾ ਖੇਮ ਸਿੰਘ ਬੇਦੀ ਧੜੇ ਵੱਲੋਂ ਤੇ ਸਰਕਾਰ ਵੱਲੋਂ ਡਾਕਟਰ ਟਰੰਪ ਦੀ ਰਾਹੀਂ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟ੍ਰਾਂਸਲੇਸ਼ਨ ਸੀ, ਅਨੁਵਾਦ ਸੀ, ਉਹਦੇ ਉੱਤੇ ਸਿੱਖਾਂ ਦੇ ਵਿੱਚ ਆਪਸੀ ਵਿਚਾਰ ਛਿੜੀ ਤੇ ਉਸ ਦੀਆਂ ਸ਼ੁੱਧੀਆਂ ਨੂੰ ਦੇਖ ਕੇ ਮੈਕਾਲਫਰ ਨੇ ਨਵੇਂ ਸਿਰੇ ਤੋਂ ਅਨੁਵਾਦ ਕਰਨ ਦਾ ਜਿਹੜਾ ਸੀ ਉਹ ਫੈਸਲਾ ਕੀਤਾ। ਇਹ ਕੁਝ ਫੈਸਲੇ ਸੀ ਜਿਹੜੇ ਉਸ ਵੇਲੇ ਹੋਏ। ਇਸ ਤੋਂ ਬਾਅਦ ਇੱਕ ਅਹਿਮ ਕਾਨੂੰਨ ਬਣਦਾ ਹੈ ਜਿਹਨੂੰ ਗੁਰਬਾਣੀ ਕਾਨੂੰਨ ਦਾ ਨਾਮ ਦਿੱਤਾ ਜਾਂਦਾ ਹੈ। ਉਸ ਵੇਲੇ ਤੱਕ ਛਾਪਾਖਾਨਾ ਜਿਹੜਾ ਸੀ, ਜਿਹਨੂੰ ਅਸੀਂ ਪ੍ਰਿੰਟਿੰਗ ਪ੍ਰੈਸ ਕਹਿੰਦੇ ਆ, ਇਹ ਕਾਇਮ ਹੋ ਚੁੱਕੇ ਸਨ ਤੇ ਪੰਜਾਬੀ ਵਿੱਚ ਹਰ ਪ੍ਰਕਾਰ ਦੀਆਂ ਪੁਸਤਕਾਂ ਜਿਹੜੀਆਂ ਸੀ ਉਹ ਛਪਣੀਆਂ ਸ਼ੁਰੂ ਹੋ ਚੁੱਕੀਆਂ ਸਨ। ਇਹ ਉਹਨਾਂ ਦਿਨਾਂ ਦੇ ਵਿੱਚ ਹੀ ਹੈ ਜਦੋਂ ਪੰਜਾਬ ਵਿੱਚ ਛਾਪੇਖਾਨੇ ਜਿਹੜੇ ਪ੍ਰੈਸਾਂ ਜਿਹੜੀਆਂ ਸਨ ਉਹ ਲੱਗਣੀਆਂ ਸ਼ੁਰੂ ਹੋ ਗਈਆਂ। 80 ਤੋਂ 90 ਦੇ ਦਹਾਕੇ ਵਿੱਚ, 1880 ਤੇ 90 ਦੇ ਦਹਾਕੇ ਵਿੱਚ ਖੋਜਣ ਨੂੰ ਅਸੀਂ ਕਹਿੰਦੇ ਨਵੀਂ ਖੋਜ ਸੀ ਜਿਹੜੀ ਪੰਜਾਬ ਦੇ ਵਿੱਚ ਉਸ ਵੇਲੇ ਇਹ ਆਈ ਤੇ ਕਾਫੀ ਪੁਸਤਕਾਂ ਪੰਜਾਬੀ ਦੀਆਂ ਜਿਹੜੀਆਂ ਸਨ ਉਹ ਛਪਣੀਆਂ ਸ਼ੁਰੂ ਹੋ ਗਈਆਂ ਸੀ। ਕੁਝ ਪੁਸਤਕਾਂ ਵਪਾਰੀਆਂ ਦੇ ਉਦਮ ਦੇ ਨਾਲ ਗੁਰਬਾਣੀ ਦੇ ਗੁਟਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਪ੍ਰਕਾਸ਼ਿਤ ਹੋਈਆਂ। ਉਸ ਸਮੇਂ ਦੇ ਵਿੱਚ ਹੀ ਉਹ ਬੀੜਾਂ ਦੇ ਗੁਟਕੇ ਵਿੱਚ ਕੁਝ ਗਲਤੀਆਂ ਸਨ, ਅਸ਼ੁੱਧ ਸਨ ਤੇ ਮਨਮਰਜ਼ੀ ਨਾਲ ਕੇਵਲ ਵਪਾਰਕ ਖਿਆਲ ਨੂੰ ਸਾਹਮਣੇ ਰੱਖ ਕੇ ਹੀ ਛਾਪੀਆਂ ਗਈਆਂ ਸਨ, ਜਿਵੇਂ ਪਬਲਿਸ਼ਰ ਅੱਜ ਵੀ ਕਰਦੇ ਨੇ ਤੇ ਉਦੋਂ ਵੀ ਕਰਦੇ ਸਨ, ਤੇ ਉਹਨੂੰ ਵਪਾਰਕ ਖਿਆਲ ਨੂੰ ਰੱਖ ਕੇ ਛਾਪੀਆਂ ਗਈਆਂ। ਫਿਰ ਸਿੰਘ ਸਭਾ ਲਾਹੌਰ ਵੱਲੋਂ ਗੁਰਬਾਣੀ ਕਾਨੂੰਨ ਪਾਸ ਕਰਾਉਣ ਦੇ ਲਈ ਇੱਕ ਮੁਹਿੰਮ ਜਿਹੜੀ ਸੀ ਛੇੜੀ ਗਈ।
ਵੀ ਸਿੰਘ ਸਭਾ ਲਾਹੌਰ ਨੇ ਇਹ ਕਿਹਾ ਵੀ ਨਹੀਂ, ਕੋਈ ਗੁਰਬਾਣੀ ਦਾ ਕਾਨੂੰਨ ਬਣਨਾ ਚਾਹੀਦਾ ਹੈ, ਨਹੀਂ ਤਾਂ ਕੋਈ ਨਾ ਕੋਈ ਜਿਹੜਾ ਮਰਜ਼ੀ ਇਸ ਨੂੰ ਛਾਪੇਗਾ ਤੇ ਛਾਪ ਕੇ ਉਹਦੇ 'ਚ ਜਿਹੜੀਆਂ ਗਲਤੀਆਂ ਨੇ ਅੱਗੋਂ ਅੱਗੇ ਵੱਧਦੀਆਂ ਜਾਣਗੀਆਂ ਤੇ ਉਹ ਗਲਤੀਆਂ ਆਉਣ ਵਾਲੇ ਭਵਿੱਖ ਲਈ ਬੜੀਆਂ ਹੀ ਖਤਰਨਾਕ ਸਿੱਧ ਹੋਣਗੀਆਂ। ਕੁਝ ਪੁਸਤਕਾਂ ਜਿਹੜੇ ਛਾਪਣ ਵਾਲੇ ਜਿਹੜੇ ਸਨ ਉਹਨਾਂ ਨੇ ਹਾਲਾਂਕਿ ਇਹਦੀ ਗੁਰਬਾਣੀ ਕਾਨੂੰਨ ਬਣਾਉਣ ਦੀ ਉਸ ਵੇਲੇ ਵੀ ਵਿਰੋਧਤਾ ਜਿਹੜੀ ਸੀ ਉਹ ਕੀਤੀ, ਤਾਂ ਕਿ ਸਿੰਘ ਸਭਾ ਦਾ ਫੈਸਲਾ ਸੀ ਵੀ ਇਹ ਕਾਨੂੰਨ ਇਸ ਕਰਕੇ ਬਣਾਉਣ ਦੀ ਲੋੜ ਹੈ ਕਿ ਹਰ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਇਹਨਾਂ ਨੂੰ ਨਾ ਛਾਪ ਸਕੇ। ਸ਼੍ਰੀ ਗੁਰੂ ਗ੍ਰੰਥ ਸਾਹਿਬ, ਜੇ ਗੁਰਬਾਣੀ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਾਪੇ ਜਾਣ ਤਾਂ ਉਹਨਾਂ ਦੀ ਛਾਪਣ ਦਾ ਪ੍ਰਬੰਧ ਦੁਕਾਨਦਾਰਾਂ ਦੀ ਥਾਂ ਤੇ ਮੰਨੀ ਪਰਮੰਨੀ ਕਿਸੇ ਸੰਸਥਾ ਦੇ ਕੋਲ ਜਾਂ ਸਭਾ ਦੇ ਕੋਲ ਜਾਂ ਸਭਾ ਸੁਸਾਇਟੀ ਦੇ ਅਧੀਨ ਹੋਣਾ ਚਾਹੀਦਾ ਹੈ, ਜਿਹਦੀ ਦੇਖ ਰੇਖ ਵਿੱਚ ਉਹਦੀਆਂ ਗਲਤੀਆਂ ਜਿਹੜੀਆਂ ਹਨ ਉਹਨਾਂ ਨੂੰ ਠੀਕ ਕਰਕੇ ਜਾਂ ਅਛੁੱਧੀਆਂ ਜਿਹੜੀਆਂ ਹਨ, ਜਿਹੜੀਆਂ ਛਾਪੇਖਾਨੇ ਵਿੱਚ ਪੈ ਗਈਆਂ ਹਨ, ਉਹਨਾਂ ਨੂੰ ਠੀਕ ਕਰਨ ਦਾ ਕੰਮ ਜਿਹੜਾ ਹੈ ਉਹ ਕੀਤਾ ਜਾ ਸਕੇ। ਤਾਂ ਇਹ ਕੋਈ ਇਹੋ ਜਿਹੀ ਸਭਾ ਸੁਸਾਇਟੀ ਹੋਣੀ ਚਾਹੀਦੀ ਹੈ ਜੋ ਉਹਦੇ ਵਿੱਚ ਅਛੁੱਧੀ ਜਾਂ ਉਕਾਈ ਲਈ ਹਰ ਤਰ੍ਹਾਂ ਦੀ ਜ਼ਿੰਮੇਵਾਰ ਹੋਵੇ, ਰਿਸਪੌਂਸਿਬਲ ਜਿਹੜੀ ਹੈ ਉਹ ਹੋਵੇ। ਉਸ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਨੂੰ ਇੱਕ ਨਿੱਜੀ ਤੌਰ ਦੇ ਉੱਤੇ ਇਹ ਵਪਾਰ ਚਲਾਉਣ ਦਾ ਜਿਹੜਾ ਹੈ ਉਹ ਮੌਕਾ ਨਾ ਦਿੱਤਾ ਜਾਏ। ਇਹ ਫੈਸਲਾ ਸਿੰਘ ਸਭਾ ਲਹਿਰ ਦੇ ਵੇਲੇ ਵੀ ਉਹਨਾਂ ਨੇ ਇਹ ਆਪਣੇ ਸਾਹਮਣੇ ਰੱਖਿਆ ਸੀ। ਤਜਵੀਜ਼ ਉਸ ਵੇਲੇ ਬੜੀ ਚੰਗੀ ਸੀ ਤੇ ਉਸ ਵੇਲੇ ਸਮੇਂ ਦੇ ਅਨੁਕੂਲ ਵੀ ਸੀ, ਕਿਉਂਕਿ ਉਸ ਵੇਲੇ ਜੇ ਗੁਰਬਾਣੀ ਨਵੀਂ ਛਾਪੇਖਾਨੇ ਲੱਗੇ ਸਨ, ਆਫਸੈਟ ਜਾਂ ਦੂਜੀਆਂ ਪ੍ਰੈਸਾਂ ਨਹੀਂ ਸੀ ਹੁੰਦੀਆਂ, ਨੈਗੇਟਿਵ ਵਗੈਰਾ ਹੁੰਦਾ ਨਹੀਂ ਸੀ ਹੁੰਦਾ, ਕੰਪੋਜ਼ਿੰਗ ਜਿਹੜੀ ਹੁੰਦੀ ਸੀ ਉਹ ਛਾਪੇਖਾਨੇ ਸਿੱਕੇ ਦੇ ਨਾਲ ਉਹ ਸ਼ੁਰੂ 'ਚ ਉਹ ਸ਼ੁਰੂ ਹੋਈ, ਪੱਥਰ ਦੇ ਛਾਪਿਆਂ ਤੋਂ ਬਾਅਦ ਫਿਰ ਉਸ ਤਰ੍ਹਾਂ ਸ਼ੁਰੂ ਹੋਇਆ। ਤਾਂ ਉਹਦੇ 'ਚ ਗਲਤੀਆਂ ਰਹਿਣ ਦਾ ਸੁਭਾਵਕ ਹੀ ਸੀ। ਮੈਨੂੰ ਵੀ ਯਾਦ ਹੈ ਹਾਲਾਂ 1980-85 ਦੇ ਵਿੱਚ ਦਾ ਜਿਹੜਾ ਸਮਾਂ ਸੀ, ਪੰਜਾਬੀ ਦੇ ਛਾਪੇਖਾਨੇ ਦੇ ਵਿੱਚ ਪੈਰਾਂ ਦੇ ਵਿੱਚ ਹਾਹਾ ਜਾਂ ਹਲੰਤ ਤੇ ਇਹ ਕੁਝ ਮਾਤਰਾ ਉਦੋਂ ਵੀ ਨਹੀਂ ਸੀ ਮਿਲਦੀਆਂ, ਜਿਹੜੀਆਂ ਬੜੀ ਪ੍ਰੋਬਲਮ ਹੁੰਦੀ। ਫਿਰ ਜਦੋਂ ਕੰਪਿਊਟਰ ਦੇ ਫੌਂਟ ਬਣੇ ਉਹਨਾਂ ਵਿੱਚ ਵੀ ਇਹ ਮਾਤਰਾ ਜੇ ਵੀ ਕੁਝ ਮਾਤਰਾ ਜਿਹੜੀਆਂ ਨਹੀਂ ਮਿਲਦੀਆਂ, ਹਾਲੇ ਵੀ ਪੰਜਾਬੀ ਵਿੱਚ ਹੋਰ ਸੁਧਾਰਨ ਦੀ ਵੀ ਇਹਨੂੰ ਲੋੜ ਹੈ। ਤੇ ਕੁਝ ਹੁਣ ਵੈਸੇ ਬਹੁਤ ਸਾਰੀਆਂ ਕੀਬੋਰਡ ਐਸੇ ਬਣ ਗਏ ਜਿਨ੍ਹਾਂ ਵਿੱਚ ਮਾਤਰਾਵਾਂ ਜਿਹੜੀਆਂ ਹਲੰਤ ਵੀ ਆ ਗਿਆ, ਪਰ ਅਜੇ ਵੀ ਅੱਧਾ ਯਈਆ ਜਦੋਂ ਆਉਂਦਾ ਹੈ ਉਹਦੀ ਪ੍ਰੋਬਲਮ ਕਿਤੇ ਨਾ ਕਿਤੇ ਅਜੇ ਵੀ ਕੰਪਿਊਟਰ ਫੌਂਟ ਦੇ ਵਿੱਚ ਵੀ ਆਉਂਦੀ ਹੈ, ਹਾਲੇ ਵੀ ਇਹ ਪ੍ਰੋਬਲਮ ਹੈ। ਤੇ ਜਦੋਂ ਅਸੀਂ ਪਾਉਂਦੇ ਹਾਂ ਤਾਂ ਉਹ ਕੁਝ ਇਸੇ ਕਰਕੇ ਹੀ ਕੁਝ ਜਿਹੜਾ ਨੇ ਛਾਪੀਆਂ ਤੋਂ ਕੁਝ ਗਲਤੀਆਂ ਜਿਹੜੀਆਂ ਨਾ ਉਹ ਵੀ ਰਹਿ ਜਾਂਦੀਆਂ ਹਨ, ਕਿਉਂਕਿ ਫੌਂਟ ਦੀ ਕੰਪਿਊਟਰ ਦੇ ਉੱਤੇ ਥੋੜੀ ਜਿਹੀ ਅਜੇ ਵੀ ਪ੍ਰੋਬਲਮ ਚੱਲ ਰਹੀ ਹੈ, ਜਿਹਦੀ ਹੋਰ ਸੁਧਾਰਨ ਦੀ ਲੋੜ ਹੈ। ਸਮੇਂ ਦੇ ਮੁਤਾਬਕ ਹਰ ਚੀਜ਼ ਜਿਹੜੀ ਸੁਧਰਦੀ ਹੈ, ਸਾਨੂੰ ਵੀ ਸੁਧਾਰ ਵਾਲੇ ਪਾਸੇ ਦੇਖਣ ਦੀ ਲੋੜ ਰਹਿਣੀ ਚਾਹੀਦੀ ਹੈ। ਤਾਂ ਉਸੇ ਵੇਲੇ ਫਿਰ ਇਹ ਜਿਹੜਾ ਫੈਸਲਾ ਬੜਾ ਚੰਗਾ ਸੀ, ਸਮੇਂ ਦੇ ਅਨੁਕੂਲ ਸੀ। ਗੁਰਮੁਖ ਸਿੰਘ ਜੀ ਨੇ ਆਪਣੇ ਭਾਈ ਗੁਰਮੁਖ ਸਿੰਘ ਜੀ ਨੇ ਆਪਣੇ ਸਾਥੀਆਂ ਦੇ ਨਾਲ ਇਸ ਸੰਬੰਧੀ ਪੰਜਾਬ ਦੇ ਗਵਰਨਰ ਨੂੰ, ਜਿਹਨੇ ਕਿ ਲਾਟ ਸਾਹਿਬ ਕਿਹਾ ਜਾਂਦਾ ਸੀ, ਉਹਨੂੰ ਵੀ ਮਿਲੇ, ਜਾ ਕੇ ਉਹਨਾਂ ਨਾਲ ਵੀ ਗੱਲ ਕੀਤੀ। ਪਰ ਅਚਾਨਕ ਅਜਿਹੀਆਂ ਵਿੱਚ ਰੁਕਾਵਟਾਂ ਆ ਗਈਆਂ, ਇਹ ਜੱਦੋ ਜਹਿਦ ਜਾਂ ਇਹ ਲਹਿਰ ਜਿਹੜੀ ਸੀ ਜਾਂ ਇਹ ਫੈਸਲਾ ਉਸ ਵੇਲੇ ਕਾਮਯਾਬ ਨਾ ਹੋ ਸਕਿਆ। ਤਾਂ ਇਹ ਕਾਨੂੰਨ ਜਿਹੜਾ ਸੀ, ਇਹ ਕਹਿ ਲਈਏ ਦੂਜੇ ਲਫ਼ਜ਼ਾਂ 'ਚ ਅਸੀਂ ਇਹੋ ਕਹਿ ਲਈਏ ਵੀ ਇਹ ਕਾਨੂੰਨ ਜਿਹੜਾ ਹੈ ਇਹ ਕਾਗਜ਼ਾਂ ਦੇ ਵਿੱਚ ਹੀ ਜਾਂ ਕਾਗਜ਼ਾਂ ਦਾ ਫੁੱਲ ਬਣ ਕੇ ਇਹ ਕਾਨੂੰਨ ਜਿਹੜਾ ਸੀ ਰਹਿ ਗਿਆ। ਇਹ ਕਾਨੂੰਨ ਉਦੋਂ ਨਾ ਬਣ ਸਕਿਆ। ਤਾਂ ਇਹ ਕਾਨੂੰਨ ਜਿਹੜਾ ਸੀ ਉਸ ਲਈ ਇਹ ਜਿਹੜਾ ਵਿਚਾਰ ਸੀ ਕਾਨੂੰਨ ਦੀ ਸ਼ਕਲ ਜਿਹੜੀ ਸੀ ਜਾਂ ਨਹੀਂ ਲੈ ਸਕਿਆ, ਇਹਦੇ ਵਿੱਚ ਸਫਲਤਾਪੂਰਨ ਨਾ ਹੋ ਸਕੀ। ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਮੌਜੂਦਾ ਸਮੇਂ ਦੇ ਵਿੱਚ ਵੀ ਸਾਨੂੰ ਕੁਝ ਇਹੋ ਜਿਹੀਆਂ ਪ੍ਰੋਬਲਮਸ ਹਨ। SGPC ਦੇ ਕੋਲ ਅਧਿਕਾਰ ਖੇਤਰ ਹੈ ਕਿ ਉਹ ਵਿਦਵਾਨਾਂ ਦੀ ਕਮੇਟੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹਨ ਗੁਰਬਾਣੀ ਦੀ ਛਪਾਈ ਦੇ ਵਿੱਚ, ਜੇ ਕਿਤੇ ਕੋਈ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਹਾਂ ਕਿ ਜਿਹੜੇ ਵਿਦਵਾਨਾਂ ਨੇ ਇਹ ਕਿਤਾਬਾਂ ਛਾਪੀਆਂ ਹਨ ਜਾਂ ਸ਼੍ਰੋਮਣੀ ਕਮੇਟੀ ਨੇ ਪਾਠ ਭੇਦ ਦੀ ਸੂਚੀ ਛਾਪੀ ਹੈ, ਉਹਦੇ ਵਿੱਚ ਜੇ ਕੁਝ ਗੁਰਬਾਣੀ ਦੇ ਜਿਹੜੇ ਵਿਆਕਰਨ ਦੇ ਮਾਹਰ ਹਨ ਉਹਨਾਂ ਨੂੰ ਬਿਠਾ ਕੇ ਨਿਰਣੇ ਕਰਨ ਦੀ ਲੋੜ ਹੈ ਵੀ ਜੇ ਕਿਤੇ ਛਾਪੇਖਾਨੇ ਜਾਂ ਪਦਛੇਦ ਕਰਦਿਆਂ ਸਾਡੇ ਕੋਲੋਂ ਕੋਈ ਉਕਾਈ ਰਹਿ ਗਈ ਹੈ ਤਾਂ ਅਸੀਂ ਉਸ ਨੂੰ ਠੀਕ ਕਰ ਲਈਏ, ਤੇ ਜੇ ਨਹੀਂ ਹੈਗੀ ਤਾਂ ਫਿਰ ਉਹਨੂੰ ਫਾਈਨਲ ਕਰੀਏ ਵੀ ਇਹਦਾ ਪਾਠ ਜਿਹੜਾ ਹੈ ਇਸੇ ਤਰ੍ਹਾਂ ਹੀ ਹੋਏਗਾ ਜਾਂ ਇਸ ਤਰ੍ਹਾਂ ਹੀ ਕੀਤਾ ਜਾਏਗਾ, ਤਾਂ ਕਿ ਸਾਡੇ 'ਚ ਆਪਸੀ ਟਕਰਾਅ ਨਾ ਹੋਵੇ, ਇੱਕ ਦੂਜੇ ਦੀਆਂ ਅਸੀਂ ਪੱਗਾਂ ਲਾਉਣ ਵਾਲੇ ਪਾਸੇ ਨਾ ਤੁਰੀਏ। ਇਹਦੇ ਲਈ ਬੜੇ ਸਿਆਣਪ ਦੀ ਲੋੜ ਹੈ, ਇਹਦੇ ਲਈ ਬੜੇ ਹੀ ਸਮਝ ਦੀ ਲੋੜ ਹੈ। ਇਸ ਲਈ ਸਾਡੀ ਵੱਡੀ ਕਮੇਟੀ ਹੈ ਜਿਹਨੂੰ ਅਸੀਂ ਇਸ ਪਲੇਟਫਾਰਮ ਤੋਂ ਵੀ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਇਸ ਨੂੰ ਟਕਰਾਓ ਤੋਂ ਹਟਾਓ,
ਕਿਸੇ ਆਪਸੀ ਟਕਰਾਅ ਦੇ ਨਾਲ ਕੌਮਾਂ ਦਾ ਕਦੀ ਕੁਝ ਵੀ ਨਹੀਂ ਸੁਧਰਦਾ। ਕੌਮਾਂ 'ਚ ਹਮੇਸ਼ਾ ਵੰਡੀਆਂ ਪੈਂਦੀਆਂ ਹਨ। ਜਿਹੜੇ ਕੁਛ ਛਪੀਆਂ ਹੋਈਆਂ ਕਿਤਾਬਾਂ ਨੇ, ਜੇ ਉਹ ਪਾਠ ਭੇਦ ਦੀ ਸੂਚੀ ਜੋ ਆਪ ਜੀ ਨੇ 1977 ਦੇ ਵਿੱਚ ਛਾਪੀ ਹੋਈ ਹੈ, ਉਸ ਤੋਂ ਬਾਅਦ ਫਿਰ ਜੋਗਿੰਦਰ ਸਿੰਘ ਜੀ ਤਲਵਾੜਾ, ਜੋਗਿੰਦਰ ਸਿੰਘ ਜੀ ਬਦੰਤੀ ਜੀ ਨੇ ਜਿਹੜੀਆਂ ਲਿਸਟਾਂ ਭੇਜੀਆਂ ਹਨ, ਉਹਨਾਂ ਲਈ ਕਮੇਟੀ ਬਿਠਾ ਕੇ ਜੋ ਵਿਆਕਰਣ ਦੇ ਨਿਯਮਾਂ ਨੂੰ ਜਾਣਦੀ ਹੋਵੇ, ਉਹਦੇ ਬਾਰੇ ਅੰਤਮ ਨਿਰਣਾ ਕਰਨ ਦੀ ਲੋੜ ਹੈ। ਸਾਨੂੰ ਸਾਰੀਆਂ ਸੰਸਥਾਵਾਂ ਦੀਆਂ ਸਲਾਹ ਮਸ਼ਵਰਾ ਕਰਕੇ ਇੱਕ ਦੂਜੇ ਦੇ ਨਾਲ ਬਿਠਾ ਕੇ ਪ੍ਰੇਮ ਤੇ ਪਿਆਰ ਦੇ ਨਾਲ, ਕਿਉਂਕਿ ਇਹ ਕੰਮ ਕਿਸੇ ਜਥੇਬੰਦੀ ਦਾ ਨਹੀਂ ਹੈ, ਇਹ ਕੰਮ ਸਾਡੇ ਗੁਰੂ ਨਾਲ ਸੰਬੰਧ ਰੱਖਦਾ ਹੈ। ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹਦੇ ਵਿੱਚ ਨਰਾਦਰੀ ਹੈ। ਜਦੋਂ ਅਸੀਂ ਸ਼ੁੱਧ ਗੱਲ ਲਿਖਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ, ਤਾਂ ਮੈਂ ਇੱਥੋਂ ਇਹੀ ਬੇਨਤੀ ਕਰ ਰਿਹਾ ਹਾਂ ਵੀ ਇਹਨੂੰ ਅਸੀਂ ਟਕਰਾਓ ਨਾ ਬਣਾਈਏ। ਇਹਦੇ ਲਈ ਇੱਕੋ ਹੀ ਹੱਲ ਹੈ ਵੀ ਅਸੀਂ ਵਿਦਵਾਨਾਂ ਨੂੰ, ਜਿਹੜੇ ਵਿਆਕਰਣ ਦੇ ਵਿੱਚ ਮਾਹਰ ਹਨ, ਉਹਨਾਂ ਦੇ ਨਾਲ ਮਿਲ ਬੈਠੀਏ, ਵਿਚਾਰਾਂ ਕਰਨ। ਸਮਾਂ ਜਿੰਨਾ ਮਰਜ਼ੀ ਲੱਗ ਜਾਏ, ਸਮੇਂ ਦੀ ਪਾਬੰਦੀ ਨਹੀਂ ਹੈ ਵੀ ਸਾਲ 2 ਸਾਲ ਸਮਾਂ ਲੱਗਦਾ, ਲੱਗ ਜਾਏ, ਕਿਉਂਕਿ 1430 ਜਾਂ ਦੇ ਪੰਨਿਆਂ ਦੀ ਜਦੋਂ ਸਾਰੀ ਸਟੱਡੀ ਕਰਨੀ ਪਏਗੀ, ਜਾਂ ਉਹਨਾਂ ਜਿਹੜੀਆਂ ਇਕਾਈਆਂ ਉਹਨਾਂ ਨੇ ਲਿਖੀਆਂ ਹਨ ਜਾਂ ਅਸ਼ੁੱਧੀਆਂ ਲਿਖੀਆਂ ਹਨ, ਜੋ ਦੇਖੇ ਉਹਨਾਂ ਤੇ ਵਿਚਾਰ ਕਰਨ ਦੀ ਲੋੜ ਹੋਏਗੀ। ਤਾਂ ਉਨੀ ਦੇਰ ਸਾਨੂੰ ਸਾਰਿਆਂ ਨੂੰ ਹੁਣ ਸਬਰ ਕਰਨ ਦੀ ਲੋੜ ਹੈ। ਪਰ ਬੇਨਤੀ ਇਹ ਹੈ ਵੀ ਸਬਰ ਦੇ ਨਾਲ ਨਾਲ ਸਾਨੂੰ ਉਹਨਾਂ ਇਹ ਕੰਮ ਜਿਹੜਾ ਹੈ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਨੂੰ SCPC ਨੂੰ ਬੇਨਤੀ ਕਰਦੇ ਹਾਂ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦੇ ਲਈ ਹੱਲ ਦੇ ਉੱਤੇ ਯਤਨ ਦਈਏ, ਨਾ ਕਿ ਅਸੀਂ ਆਪਸੀ ਵਿਰੋਧਤਾ ਇੱਕ ਦੂਜੇ ਦੀਆਂ ਦਸਤਾਰਾਂ ਜਾਂ ਪੱਗਾਂ ਉਤਾਰ ਦੀਆਂ ਗੱਲਾਂ ਕਰੀਏ ਜਾਂ ਮਾਰਨ ਦੀਆਂ ਧਮਕੀਆਂ ਦਈਏ ਜੇ ਕਰੀਏ, ਤੇ ਉਹ ਇੱਕ ਦੂਜੇ ਨੂੰ ਸਾਨੂੰ ਇਉਂ ਨਹੀਂ ਕਰਨਾ ਚਾਹੀਦਾ। ਕੌਮ ਦਾ ਨੁਕਸਾਨ ਹੋਏਗਾ, ਫਾਇਦਾ ਨਹੀਂ ਹੋਏਗਾ। ਧੜਿਆਂ ਵਿੱਚ ਵੰਡ ਕੇ ਕੌਮ ਨੇ ਕੁਝ ਖੱਟਿਆ ਨਹੀਂ ਹੈ। ਅੱਗੇ ਬਹੁਤ ਸਾਰਾ ਸਾਡਾ ਨੁਕਸਾਨ ਹੋ ਚੁੱਕਾ ਹੈ। ਸਾਡਾ 1978 ਤੋਂ ਬਾਅਦ ਜਿਉਂ ਅਸੀਂ ਦੇਖਦੇ ਚੱਲੇ ਆ ਰਹੇ ਹਾਂ, ਜਦੋਂ ਅਸੀਂ ਕਮ ਸੇ ਕਮ ਸੁਰਤ ਸੰਭਾਲੀ ਜਾਂ ਵੱਡੇ ਹੋਏ ਹਾਂ, ਤਾਂ ਕੌਮੀ ਨੁਕਸਾਨ ਦੇਖ ਕੇ ਅੰਦਰ ਕਲਪ ਜਾਂਦਾ ਹੈ ਵੀ ਇਹਨਾਂ ਸਾਡਾ ਕੌਮੀ ਸਰਮਾਇਆ, ਜਿਹੜਾ ਕੌਮੀ ਨੁਕਸਾਨ ਆਲਰੇਡੀ ਹੋ ਚੁੱਕਾ ਹੈ। ਵੀ ਅਸੀਂ ਕੌਮਾਂ ਦਾ ਨੁਕਸਾਨ ਨਾ ਕਰੀਏ, ਕੌਮ ਨੂੰ ਬਿਠਾਈਏ, ਸਿਰ ਜੋੜ ਕੇ ਵਿਚਾਰਾਂ ਕਰੀਏ, ਤੇ ਵਿਚਾਰ ਕਰਕੇ ਉਹਦੇ ਵਿੱਚੋਂ ਅੰਤਮ ਨਿਰਣੇ ਤੇ ਅਸੀਂ ਪਹੁੰਚ ਸਕੀਏ। ਇਹ ਮੇਰੀ ਬੇਨਤੀ ਹੈ ਇਸ ਪਲੇਟਫਾਰਮ ਤੋਂ ਵੀ ਸਾਰੇ ਪੰਥਕ ਵਿਦਵਾਨਾਂ ਨੂੰ ਵੀ। ਪੰਥਕ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਸਬਜੈਕਟ ਹੈ, ਇਸ ਵਾਸਤੇ ਕਿਸੇ ਇੰਡੀਵਿਜੂਅਲ ਦਾ ਨਹੀਂ, ਮੇਰਾ ਨਹੀਂ, ਤੁਹਾਡਾ ਨਹੀਂ, ਜਾਂ ਜਥੇਦਾਰ ਸਾਹਿਬ ਦਾ ਇਕੱਲਾ ਨਹੀਂ ਹੈ, ਕੌਮ ਦੇ ਨਾਲ ਸੰਬੰਧ ਰੱਖਦਾ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਜੋ ਸਮੱਸਿਆਵਾਂ ਸਾਨੂੰ ਆ ਰਹੀਆਂ ਹਨ, ਇਹਦੇ ਹੱਲ ਦੀ ਲੋੜ ਹੈ, ਜੋ ਪੱਕਾ ਹੱਲ ਜਿਹੜਾ ਹੋ ਸਕੇ। ਇਹ ਮੇਰੀ ਬੇਨਤੀ ਹੈ, ਹੱਥ ਜੋੜ ਕੇ ਮੈਂ ਬੇਨਤੀ ਕਰ ਰਿਹਾ ਹਾਂ। ਇਹਦੇ ਲਈ ਕੋਈ ਹੋਮੇ ਨਹੀਂ ਜਾਂ ਕਿਸੇ ਦਾ ਪੱਖ ਨਹੀਂ, ਜਾਂ ਨਾ ਮੈਂ ਕਿਸੇ ਦਾ ਪੱਖ ਪੂਰ ਰਿਹਾ ਹਾਂ, ਨਾ ਮੈਂ ਕਿਸੇ ਦੇ ਹੱਕ ਦੀ ਗੱਲ ਜਾਂ ਵਿਰੋਧਤਾ ਦੀ ਗੱਲ ਕਰ ਰਿਹਾ ਹਾਂ। ਸਿਰਫ ਇਹ ਹੈ ਵੀ ਆਉਣ ਵਾਲਾ ਸਮਾਂ ਮੰਦਭਾਗਾ ਹੋਵੇਗਾ ਜੇ ਅਸੀਂ ਇਹਦੇ ਵਿੱਚੋਂ ਬਾਹਰ ਨਾ ਨਿਕਲੇ, ਜਾਂ ਟਕਰਾਓ ਦੇ ਵਿੱਚੋਂ ਬਾਹਰ ਨਾ ਆਏ। ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਨੂੰ ਕਤਲ ਕਰ ਦੇਣਾ ਇਹ ਹੱਲ ਨਹੀਂ ਹੁੰਦਾ। ਹੱਲ ਉਹ ਹੁੰਦਾ ਹੈ ਜਦੋਂ ਅਸੀਂ ਵਿਚਾਰਾਂ ਨਾਲ ਬੈਠ ਕੇ ਇੱਕ ਦੂਜੇ ਦੇ ਨਾਲ ਸਿਰ ਜੋੜ ਕੇ ਬੈਠਦੇ ਹਾਂ। ਜਿਹਦੀ ਵਿਰੋਧਤਾ ਹੈ, ਇੱਕ ਦੂਜੇ ਨੂੰ ਬੈਠੋ ਤੇ ਬੁਲਾ ਕੇ ਉਹਨਾਂ ਨੂੰ ਵਿਚਾਰੋ, ਉਹਨਾਂ ਦੇ ਵਿਚਾਰ ਪੁੱਛੋ। ਜਿੱਥੇ ਬਹੁਤ ਸੰਮਤੀ ਨਾਲ ਫੈਸਲੇ ਹੁੰਦੇ ਹਨ, ਵਿਆਕਰਣ ਦੇ ਮਾਹਰ ਜਿੱਥੇ ਫੈਸਲੇ ਕਰਦੇ ਹਨ, ਤਦ ਕਿ ਸਾਨੂੰ ਇਹ ਨਾ ਕਹਿ ਸਕੇ ਜੀ ਇਹ ਗੱਲ ਵਿਆਕਰਣ ਦੇ ਉੱਤੇ ਪੂਰੀ ਨਹੀਂ ਉਤਰੀ, ਇਹਦੇ ਅਰਥ ਜਿਹੜੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਜਾਣਗੇ, ਇਹ ਗੱਲ ਕੋਈ ਸਾਨੂੰ ਕਹਿ ਨਾ ਸਕੇ। ਸਾਨੂੰ ਬਿਲਕੁਲ ਨਿਮਰਤਾ ਸਹਿਤ ਇਹ ਬੇਨਤੀ ਹੈ ਮੇਰੀ, ਆਪ ਸਾਰਿਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਯਤਨ ਕਰੋ ਕਿ ਆਪਸ ਚ ਬੈਠ ਕੇ ਇਹ ਸ਼੍ਰੋਮਣੀ ਕਮੇਟੀ ਉਹਨਾਂ ਮੀਟਿੰਗਾਂ ਕਰਕੇ ਮਸਲੇ ਨੂੰ ਹੱਲ ਕਰ ਲਵੇ, ਤਦ ਕਿ ਸਾਡੀ ਆਪਸੀ ਵਿਰੋਧ ਹੋਰ ਨਾ ਵਧੇ। ਅਸੀਂ ਇੱਕ ਦੂਜੇ ਨਾਲ ਭਾਈਬੰਦੀ ਨਾਲ ਭਰਾਤਰੀ ਭਰਾ ਬਣਾ ਕੇ ਰਹੀਏ, ਨਾ ਕਿ ਇੱਕ ਦੂਜੇ ਦੇ ਵਿਰੋਧੀ ਬਣ ਕੇ, ਦੁਸ਼ਮਣ ਬਣ ਕੇ ਅਸੀਂ ਜੀਏ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਇਸ ਤੋਂ ਬਾਅਦ ਜਦੋਂ ਲਾਹੌਰ ਦਰਬਾਨ ਨੇ ਜਾਂ ਲਾਹੌਰੀ ਧੜੇ ਨੇ, ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਧਰਮ ਪ੍ਰਚਾਰ ਦਾ ਬੀੜਾ ਚੁੱਕਿਆ, ਤੇ ਸਿੰਘ ਸਭਾ 2 ਧੜਿਆਂ 'ਚ ਉਸ ਵੇਲੇ ਪੂਰੀ ਤਰ੍ਹਾਂ ਵੰਡੀ ਜਾ ਚੁੱਕੀ ਸੀ। ਇੱਕ ਅੰਮ੍ਰਿਤਸਰ ਧੜਾ ਤੇ ਦੂਜਾ ਸੀ ਲਾਹੌਰੀ ਧੜਾ। ਦੋਨਾਂ ਦੇ ਵੱਖੋ ਵੱਖ ਦੀਵਾਨ ਅੰਮ੍ਰਿਤਸਰ ਤੇ ਲਾਹੌਰ ਵਿੱਚ, ਇਹਨਾਂ ਦੇ ਦੀਵਾਨ ਦਾ ਮਤਲਬ ਆਫਿਸ ਜਿਹੜੇ ਸਨ ਉਹ ਮੌਜੂਦ ਸਨ। ਜਿਹੜਾ ਖਾਲਸਾ ਦੀਵਾਨ ਅੰਮ੍ਰਿਤਸਰ ਨਾਲ 8 ਤੇ ਲਾਹੌਰ ਦੇ ਨਾਲ 30 ਸਿੰਘ ਸਭਾਵਾਂ ਜਿਹੜੀਆਂ ਉਹ ਅਟੈਚ ਹੋ ਗਈਆਂ। 8 ਸਭਾਵਾਂ ਜਿਹੜੀਆਂ ਸੀ ਉਹ ਅੰਮ੍ਰਿਤਸਰ ਦੇ ਨਾਲ ਸੀ, ਤੇ 30 ਜਿਹੜੀਆਂ ਸਭਾਵਾਂ ਸਨ ਉਹ ਲਾਹੌਰ ਦੇ ਨਾਲ ਸਨ। ਭਾਈ ਗੁਰਮੁਖ ਸਿੰਘ ਜੀ ਨੇ ਖਾਲਸਾ ਦੀਵਾਨ ਕਾਇਮ ਕਰਦਿਆਂ ਸਾਰ ਹੀ ਖਾਲਸਾ ਪ੍ਰੈਸ ਦਾ ਪ੍ਰਬੰਧ ਕੀਤਾ, ਤੇ ਦੂਜਾ ਲਾਹੌਰੋਂ ਇੱਕ ਹਫ਼ਤਾਵਾਰੀ ਪੱਤਰ ਜਿਹੜਾ ਸੀ ਉਹ ਕੱਢਿਆ, ਜਿਹਦਾ ਨਾਂ ਖਾਲਸਾ ਅਖਬਾਰ ਰੱਖਿਆ।
ਖਾਲਸਾ ਅਖਬਾਰ ਅੱਜ ਵੀ ਚੱਲਦਾ ਹੈ, ਜੇ ਤੁਹਾਨੂੰ ਥੋੜਾ ਜਿਹਾ ਗਿਆਨ ਹੋਵੇ, ਜਿਹਦਾ ਮੈਂ ਜ਼ਿਕਰ ਅੱਗੇ ਜਾ ਕੇ ਥੋੜਾ ਜਿਹਾ ਕਰਾਂਗਾ। ਇਹ ਅੱਜ ਵੀ ਚੱਲਦਾ ਹੈ। ਪਹਿਲਾਂ ਗਿਆਨੀ ਝੰਡਾ ਸਿੰਘ ਜੀ ਤੇ ਫਿਰ ਗਿਆਨੀ ਦਿੱਤ ਸਿੰਘ ਜੀ ਇਸ ਪੱਤਰ ਦੇ ਐਡੀਟਰ, ਜਿਹਨੂੰ ਸੰਪਾਦਕ ਕਹਿੰਦੇ ਆ, ਉਹ ਬਣਾਇਆ ਗਿਆ। ਹੁਣ ਗਿਆਨੀ ਦਿੱਤ ਸਿੰਘ ਵਰਗਾ ਵਿਦਵਾਨ ਜਿੱਥੇ ਐਡੀਟਰ ਹੋਵੇਗਾ ਤਾਂ ਉਹਦਾ ਸਟੈਂਡਰਡ ਵੀ ਪੱਤਰਕਾਰ ਦਾ ਉਨਾ ਹੀ ਹੋਏਗਾ। ਅੰਦਾਜ਼ਾ ਇਹ ਆਪਣੇ ਆਪ ਨੂੰ ਸਾਨੂੰ ਡਿਪੈਂਡ ਕਰਦਾ ਹੈ ਸੰਪਾਦਕੀ ਸੋਚ ਦੇ ਉੱਤੇ। ਗਿਆਨੀ ਦਿੱਤ ਸਿੰਘ ਵਰਗੇ ਵਿਦਵਾਨ ਜਿੱਥੇ ਇਹ ਸੋਚ ਦੇ ਜੁੜੇ ਹੋਣਗੇ ਤਾਂ ਉਹਦਾ ਸਟੈਂਡਰਡ ਵੀ ਉਸੇ ਮੁਤਾਬਕ ਹੀ ਜਿਹੜਾ ਹੈ ਉਹ ਹੋਏਗਾ। ਇਸ ਤੋਂ ਇਲਾਵਾ ਹੋਰ ਵੀ ਪੱਤਰ ਜਿਹੜੇ ਸੀ, ਜਾਂ ਆਪਾਂ ਕਹਿ ਸਕਦੇ ਆਰੰਭ ਕੀਤੇ ਗਏ, ਖਾਲਸਾ ਗਜ਼ਟ ਤੇ ਸੁਧਾਰਕ, ਇਹ ਵੀ ਇੱਕ ਪੱਤਰ ਉਸ ਵੇਲੇ ਨਿਕਲਦਾ ਸੀ। ਖਾਲਸਾ ਗਜ਼ਟ ਜਿਹੜਾ ਸੀ ਮੂਰਤੀ ਪੂਜਾ ਦੇ ਵਿਰੁੱਧ, ਤੇ ਜਿਹੜਾ ਸੁਧਾਰਕ ਪੱਤਰ ਸੀ ਇਹ ਗੁਰਮਤ ਫਿਲਾਸਫੀ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਕੱਢਿਆ ਗਿਆ। ਵੱਖਰਾ ਵੱਖਰਾ ਦੋਨਾਂ ਦਾ ਸਬਜੈਕਟ ਮੈਟਰ ਹੁੰਦਾ। ਜਿਹੜਾ ਖਾਲਸਾ ਗਜ਼ਟ ਸੀ ਉਹ ਮੂਰਤੀ ਪੂਜਾ ਦੇ ਖਿਲਾਫ ਸੀ, ਕਿਉਂਕਿ ਅੰਮ੍ਰਿਤਸਰ ਧਰੀ ਦੇ ਵਿੱਚ ਮੂਰਤੀ ਪੂਜਾ ਦਾ ਜ਼ੋਰ ਸੀ, ਉਹਦੇ ਖਿਲਾਫ ਇਹ ਕੱਢਿਆ ਗਿਆ। ਤੇ ਦੂਸਰਾ ਜਿਹੜਾ ਸੀ ਗੁਰਮਤ ਫਿਲਾਸਫੀ ਦੇ ਉੱਤੇ, ਹਿਸਟਰੀ ਦੇ ਉੱਤੇ, ਉਹਦੇ ਚ ਆਈਆਂ ਹੋਈਆਂ ਪ੍ਰੋਬਲਮਾਂ ਦੇ ਉੱਤੇ, ਆਈਆਂ ਹੋਈਆਂ ਮੁਸ਼ਕਲਾਂ ਦੇ ਉੱਤੇ ਉਹਨਾਂ ਦਾ ਹੱਲ ਕੱਢਣ ਦੇ ਲਈ ਉਹ ਪੱਤਰ ਜਿਹੜਾ ਸੀ ਉਹ ਕੱਢਿਆ ਗਿਆ। ਤਾਂ ਭਾਈ ਗੁਰਮੁਖ ਸਿੰਘ ਦੀ ਇਹਨਾਂ ਤਿੰਨਾਂ ਪੱਤਰਾਂ ਲਈ ਇੱਕੋ ਜਿਹਾ ਹੀ ਕੰਮ ਕਰਦੇ ਰਹੇ। ਤਿੰਨਾਂ ਨੂੰ ਹੀ ਆਪਣਾ ਟਾਈਮ ਜਿਹੜਾ ਸੀ ਭਾਈ ਗੁਰਮੁਖ ਸਿੰਘ ਜੀ ਦਿੰਦੇ ਰਹੇ। ਇਹ ਨਹੀਂ ਵੀ ਉਹਨਾਂ ਦਾ ਤਾਂ ਮੈਂ ਨਹੀਂ ਕੰਮ ਕਰਨਾ, ਜਾਂ ਉਹਨਾਂ ਭਾਈ ਗੁਰਮੁਖ ਸਿੰਘ ਦੀ ਸੋਚ ਇਹਦੇ ਪਿੱਛੇ, ਤਿੰਨਾਂ ਪੱਤਰਾਂ ਦੇ ਪਿੱਛੇ ਹੀ ਚੱਲਦੀ ਰਹੀ ਸੀ। ਹੁਣ ਸੋਢੀ ਤੇ ਬੇਦੀ ਬਾਬਿਆਂ ਦੀ ਸਿੱਖੀ ਸੇਵਕੀ ਦੀ ਗੱਲ ਥੋੜੀ ਜਿਹੀ ਕਰਨ ਦੀ ਜ਼ਰੂਰਤ ਹੈ। ਬਾਬਾ ਖੇਮ ਸਿੰਘ ਜੀ ਬੇਦੀ ਅਤੇ ਉਹਦੇ 2-4 ਹੋਰ ਬਾਬੇ ਉਹ ਇਸ ਸੁਧਾਰ ਤੋਂ ਹਮੇਸ਼ਾ ਹੀ ਪਾਸਾ ਵਟਦੇ ਰਹਿੰਦੇ ਸਨ, ਜਾਂ ਨੱਕ ਵਟਦੇ ਰਹਿੰਦੇ ਸਨ, ਦੂਜੇ ਲਫ਼ਜ਼ਾਂ ਅਸੀਂ ਇਹ ਕਹਿ ਲਈਏ। ਉਹ ਆਪਣੀ ਸਿੱਖੀ ਸੇਵਕੀ ਦੇ ਲਿਹਾਜ਼ ਨਾਲ ਉਹਨਾਂ ਨੇ ਆਪਣੇ ਇਲਾਕੇ ਵੰਡੇ ਹੋਏ ਸਨ। ਜਿਹੜੇ ਬਾਬੇ ਸਨ ਉਹਨਾਂ ਨੇ ਸਿੱਖੀ ਸੇਵਕੀ ਦੇ ਸਹਾਇ ਨਾਲ ਆਪਣਾ ਏਰੀਆ ਵੰਡਿਆ ਸੀ ਵੀ ਇੱਥੇ ਤੁਸੀਂ ਜਾਣਾ ਮਾਲ ਇਕੱਠਾ ਕਰਨ, ਤੇ ਇੱਥੇ ਤੁਸੀਂ ਜਾਣਾ। ਊਨੇ ਵਾਲੇ ਬਾਬੇ ਬੇਦੀ ਜਿਹੜੇ ਸੀ ਉਹ ਲੁਧਿਆਣਾ ਤੋਂ ਲੈ ਕੇ ਨਾਭੇ ਤੱਕ, ਪਟਿਆਲਾ ਤੱਕ ਜਾਂਦੇ ਸਨ, ਜਿਹੜੇ ਊਨੇ ਵਾਲੇ। ਅੱਜ ਵੀ ਤੁਸੀਂ ਦੇਖੋਗੇ ਵੀ ਇਹ ਜਿਹੜੇ ਇਸ ਪਾਸੇ ਦੇ ਬੇਦੀ ਜਾਂ ਹੈ ਸੰਪਰਦਾਵਾਨ, ਇਹਨਾਂ ਦਾ ਲਾਹੌਰ ਲੁਧਿਆਣੇ ਵਿੱਚ ਅਜੇ ਬੋਲਬਾਲਾ ਥੋੜਾ ਬਹੁਤਾ ਹੈਗਾ। ਕੋਈ ਪਰਿਵਾਰ ਉਹਨਾਂ ਤੋਂ ਬਿਨਾਂ ਵਿਆਹ ਹੀ ਨਹੀਂ ਕਰਦੇ। ਬਾਬੇ ਆਉਣਗੇ ਤਾਂ ਵਿਆਹ ਕਰਾਂਗੇ ਜੀ, ਰਿਸ਼ਤਾ ਪੁੱਛ ਕੇ ਕਰਨਾ ਜੀ, ਉਹਨਾਂ ਨੇ ਅੱਖਾਂ ਮੀਟ ਕੇ ਦੱਸ ਦੇਣਾ ਜੀ ਵੀ ਉਹ ਕੁੜੀ ਕਿੱਦਾਂ ਦੀ ਹੈ, ਮੁੰਡਾ ਕਿਹੋ ਜਿਹਾ ਹੈ, ਇਹ ਜਾਂ ਉਹਨਾਂ ਨੇ ਕਹਿ ਦਿੱਤਾ ਜੀ ਇਹਨਾਂ ਦੀ ਗੱਲ ਮੋੜ ਨਹੀਂ ਸਕਦੇ ਜੀ। ਇਸ ਤਰ੍ਹਾਂ ਅਜੇ ਵੀ ਸਿੱਖੀ ਸੇਵਕੀ ਜਿਹੜੀ ਹੈ ਉੱਥੇ ਚੱਲ ਰਹੀ ਹੈ। ਲੁਧਿਆਣੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਮਿਲਿਆ ਸੀ। ਮੈਂ ਉੱਥੇ ਜਦੋਂ ਗੱਲਬਾਤ ਕੀਤੀ ਜੀ, ਅਸੀਂ ਤਾਂ ਬਾਬਾ ਜੀ ਨੂੰ ਪੁੱਛ ਕੇ ਫਿਰ ਤਰੀਕ ਫਾਈਨਲ ਕਰਨੀ ਹੈ, ਤੇ ਬਾਬਾ ਜੀ ਕਹਿਣਗੇ ਤਾਂ ਫਿਰ ਅਸੀਂ ਤਰੀਕ ਰੱਖਾਂਗੇ, ਬਾਬਾ ਜੀ ਕਹਿਣਗੇ ਤਾਂ ਰਿਸ਼ਤਾ ਹੋਏਗਾ। ਅਜੇ ਵੀ ਇਹ ਗੱਲਾਂ ਬਾਤਾਂ ਅਜੇ ਵੀ ਚੱਲ ਰਹੀਆਂ ਨੇ। ਮੌਜੂਦਾ ਸਮੇਂ ਦੇ ਵਿੱਚ ਤੋਂ 20 ਸਾਲ 30 ਸਾਲ ਪਹਿਲਾਂ ਵੀ ਤੱਕ, ਜਦੋਂ ਤੱਕ ਮੈਂ ਗੱਲ ਕਰ ਰਿਹਾ ਹਾਂ, ਇਹ ਗੱਲਾਂ ਵਾਪਰਦੀਆਂ ਰਹਿੰਦੀਆਂ ਸਨ। ਉਹਨਾਂ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਅੰਮ੍ਰਿਤ ਛਕਾਇਆ ਕਰਦੇ ਸਨ। ਪਰ ਬਾਬਾ ਖੇਮ ਸਿੰਘ ਜੀ ਦੀ ਸਿੱਖੀ ਜਿਹੜਾ ਪੋਠੋਹਾਰ, ਮਾਝਾ, ਫਿਰੋਜ਼ਪੁਰ ਤੋਂ ਲੰਘ ਕੇ ਫਰੀਦਕੋਟ ਤੱਕ ਫੈਲੀ ਹੋਈ ਸੀ। ਜਿਹੜਾ ਬਾਬਾ ਖੇਮ ਸਿੰਘ ਬੇਦੀ ਸਨ, ਰਾਜਾ ਬਿਕਰਮ ਸਿੰਘ ਜੀ ਫਰੀਦਕੋਟ ਵਾਲੇ, ਉਹਨਾਂ ਦੇ ਪੱਕੇ ਸ਼ਰਧਾਲੂ ਸਨ ਜਿਹੜੇ ਰਾਜਾ ਬਿਕਰਮ ਸਿੰਘ ਜੀ। ਤੇ ਅੰਮ੍ਰਿਤਸਰ ਧੜੀ ਦੇ ਕੁਝ ਲੋਕ ਫਰੀਦਕੋਟ ਦੇ ਵਿੱਚ ਨੌਕਰੀ ਵੀ ਕਰਦੇ ਸਨ। ਉਹਨਾਂ ਦੇ ਕੋਲ ਰਾਜਾ ਬਿਕਰਮ ਸਿੰਘ ਦੇ ਕੋਲ ਨੌਕਰੀ ਵੀ ਕਰਦੇ ਸਨ। ਜਦ ਖਾਲਸਾ ਦੀਵਾਨ ਲਾਹੌਰ ਬਣਿਆ ਤਾਂ ਰਾਜਾ ਬਿਕਰਮ ਸਿੰਘ ਜਿਹੜੇ ਸੀ, ਉਹਨਾਂ ਦੀ ਇੱਛਾ ਸੀ ਕਿ ਪੰਥਕ ਸੁਧਾਰ ਦਾ ਕੰਮ ਕੁਝ ਹਿੱਸਾ ਪਾਉਣ ਮਗਰੋਂ ਉਹ ਸਨਾਤਨੀ ਸਿੱਖਾਂ ਵੱਲੋਂ ਮਰਿਆਦਾ ਟੁੱਟਣ ਦਾ ਢੰਡੋਰਾ ਦੇ ਕੇ ਉਹਨਾਂ ਨੂੰ ਇਸ ਪਾਸਿਆਂ ਤੋਂ ਰੋਕ ਲਿਆ ਜਾਵੇ। ਤਾਂ ਉਹਨਾਂ ਦਾ ਇਹ ਹਾਲਾ ਵਿਚਾਰ ਬਹੁਤ ਵਧੀਆ ਸੀ। ਰਾਜਾ ਬਿਕਰਮ ਸਿੰਘ ਜੀ ਪੰਥ ਦਰਦੀ ਸਨ, ਜਿਹੜੇ ਇਹ ਭਾਵੇਂ ਉਹਨਾਂ ਦੇ ਸ਼ਰਧਾਲੂ ਸਨ, ਲੇਕਿਨ ਪੰਥ ਦਰਦ ਉਹਨਾਂ ਦੇ ਅੰਦਰ ਜਿਹੜਾ ਜ਼ਰੂਰ ਸੀ। ਇਸ ਤੋਂ ਬਾਅਦ ਇੱਕ ਅਹਿਮ ਘਟਨਾ ਹੁੰਦੀ ਜਿਹਨੂੰ ਅੱਜ ਵੀ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਫਰੀਦਕੋਟੀ ਟੀਕਾ। ਜਿਹੜਾ ਫਰੀਦਕੋਟੀ ਟੀਕੇ ਦੀ ਗੱਲ ਅੱਜ ਵੀ ਮਿਲਦਾ, ਤੁਸੀਂ ਦੇਖੋਗੇ ਜਦੋਂ ਐਪ ਅਸੀਂ ਬਣਾਉਂਦੇ ਹਾਂ ਤਾਂ ਉੱਥੇ ਫਰੀਦਕੋਟੀ ਟੀਕਾ ਵੀ ਪਿਆ ਹੋਇਆ। ਉਹਦੇ ਅਰਥ ਪੜ੍ਹਨੇ ਨੇ ਕਿ ਦੂਜੇ ਪੜ੍ਹਨੇ ਆ, ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਪੜ੍ਹਨੇ ਹਨ, ਜਾਂ ਭਾਈ ਵੀਰ ਸਿੰਘ ਦੇ ਪੜ੍ਹਨੇ ਹਨ, ਜਾਂ ਇਸ ਤਰ੍ਹਾਂ ਕੋਈ ਹੋਰ ਸਾਨੂੰ ਆਪਸ਼ਨ ਜਿਹੜੀਆਂ ਮਿਲਦੀਆਂ ਉਹ 'ਚ ਫਰੀਦਕੋਟੀ ਟੀਕੇ ਦਾ ਜ਼ਿਕਰ ਵੀ ਆਉਂਦਾ। ਸਟੀਕ ਜਿਹਨੂੰ ਅਸੀਂ ਕਹਿੰਦੇ ਹਾਂ, ਟੀਕਾ ਦਾ ਮਤਲਬ ਸਟੀਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰੀਦਕੋਟੀ ਸਟੀਕ। ਤੋਂ ਦਰਬਾਰ ਫਰੀਦਕੋਟ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਏ ਜਾਂਦਾ ਫੈਸਲਾ ਹੋ ਗਿਆ। ਬਹੁਤ ਸਾਰੇ ਵਿਦਵਾਨ, ਗੁਣੀ ਗਿਆਨੀ
ਕਿਉਂਕਿ ਇਹ ਆਮ ਬੰਦੇ ਦਾ ਕੰਮ ਨਹੀਂ ਹੈ। ਇਸ ਕੰਮ ਲਈ ਇਕੱਠੇ ਕੀਤੇ ਗਏ। ਭਾਈ ਗੁਰਮੁਖ ਸਿੰਘ ਜੀ ਤੇ ਉਹਨਾਂ ਦੇ ਇੱਕ ਦੋ ਸਾਥੀ ਵੀ ਇਹਨਾਂ ਇਕੱਠਾਂ ਵਿੱਚ ਆਏ। ਉਹਨਾਂ ਵਿਦਵਾਨਾਂ ਤੇ ਗਿਆਨੀਆਂ ਦੇ, ਜਿਨ੍ਹਾਂ ਵਿੱਚ ਬਾਬਾ ਸਮੀਰ ਸਿੰਘ ਜੀ ਮਹੰਤ ਪਟਨਾ ਸਾਹਿਬ, ਸਨਾਤਨੀ ਢੰਗ ਦੇ ਅਰਥ ਸੁਣ ਕੇ ਭਾਈ ਗੁਰਮੁਖ ਸਿੰਘ ਨੇ ਰਾਜਾ ਬਿਕਰਮ ਸਿੰਘ ਨੂੰ ਸਾਫ਼ ਕਹਿ ਦਿੱਤਾ ਕਿ ਆਪ ਦੇ ਗੁਣੀ ਗਿਆਨੀ ਤੇ ਟੀਕਾਕਾਰ ਇੰਨੀ ਸਮਝ ਨਹੀਂ ਰੱਖਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹੀ ਅਰਥ ਕਰ ਸਕਣ। ਹੁਣ ਫਰੀਦਕੋਟੀ ਟੀਕੇ ਵਿੱਚ ਇੱਥੋਂ ਗੱਲ ਇਸ ਲਾਈਨ ਤੋਂ ਇੱਕ ਗੱਲ ਬੜੀ ਸਮਝ ਲੈਣੀ ਚਾਹੀਦੀ ਹੈ। ਜਦੋਂ ਜੋ ਉਸ ਵੇਲੇ ਸਰ ਗੁਰਮੁਖ ਸਿੰਘ ਜੀ ਨੇ ਕਿਹਾ ਕਿ ਇਹਨਾਂ ਦੀ ਸੋਚ ਨਹੀਂ ਹੈ ਕਿ ਇਹ ਸਹੀ ਅਰਥ ਕਰ ਸਕਣ। ਕਿਉਂਕਿ ਇਹਨਾਂ ਦੇ ਵਿੱਚ ਭਰੀ ਹੋਈ ਜਿਹੜੀ ਵਿਦਿਆ ਹੈ, ਉਹ ਬੁੱਧੀ ਹੈ, ਉਹ ਗੁਰਮਤਿ ਫਿਲਾਸਫੀ ਦੀ ਪੁੰਨ-ਛਾਣ ਕਰਨ ਦੇ ਇਹ ਪੂਰੀ ਨਹੀਂ ਉਤਰਦੀ। ਉਹ ਗੁਰਮਤਿ ਫਿਲਾਸਫੀ ਦੇ ਜਾਂ ਸਿਧਾਂਤਾਂ ਤੇ ਪੂਰੀ ਨਹੀਂ ਉਤਰਦੀ। ਇਸ ਵਾਸਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਠੀਕ ਅਰਥ ਨਹੀਂ ਕਰ ਸਕਦੇ। ਇਹ ਟੀਕਾ ਕਰਨਾ ਜਾਂ ਇਸ ਟੀਕ ਕਰਨਾ ਕਦੀ ਵੀ ਯੋਗ ਨਹੀਂ ਹੈ। ਜਿਹਨਾਂ ਪਾਸੋਂ ਟੀਕਾ ਕਰਾਉਣਾ ਕਦੀ ਵੀ ਯੋਗ ਨਹੀਂ ਹੈ। ਇਹ ਸਿੰਘ ਸਭਾ ਜਾਂ ਖਾਲਸਾ ਦੀਵਾਨ ਲਾਹੌਰ ਨੇ ਇਹ ਗੱਲ ਕਹਿ ਕੇ ਉਹਦੀ ਵਿਰੋਧਤਾ ਕੀਤੀ। ਹੁਣ ਖਰੀਆਂ ਜਦੋਂ ਸੁਣਾਈਆਂ ਜਾਂਦੀਆਂ ਨੇ ਤੇ ਫਿਰ ਸੁਣਨਾ ਸੱਚ ਤਾਂ ਕੌੜਾ ਹੀ ਹੁੰਦਾ ਹੈ। ਆਪਾਂ ਇਹ ਗੱਲ ਮੰਨਦੇ ਹਾਂ, ਪਰ ਕੌੜਾ ਜ਼ਰੂਰ ਹੁੰਦਾ, ਪਰ ਸੱਚ ਸੁਣਾਉਣ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਕੌੜਾ ਹੈ, ਪਰ ਅਸੀਂ ਹੁਣ ਤੁਹਾਨੂੰ ਮਨ ਨਾ ਦੁਖ ਜਾਏ ਫਲਾਣਾ ਨਾ, ਸੱਚ ਹੀ ਹੈ। ਸੱਚ ਨੂੰ ਛੁਪਾ ਕੇ ਅਸੀਂ ਝੂਠ ਨੂੰ ਇਹਦਾ ਮਤਲਬ ਬੜਾਵਾ ਦੇ ਰਹੇ ਹਾਂ। ਪਰ ਸੱਚ ਕਹਿਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਪਰ ਸੱਚ ਕਹਿਣ ਲੱਗਿਆ ਸਾਡੀ ਸ਼ਬਦਾਵਲੀ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਮੁਤਾਬਕ ਹੋਣੀ ਚਾਹੀਦੀ ਹੈ। ਸੱਚ ਕਹਿਣ ਲੱਗਿਆ ਵੀ ਸਾਨੂੰ ਕੌੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਵੀ ਔਖੇ ਸ਼ਬਦਾਂ 'ਚ ਜਾਂ ਉਹਨੂੰ ਭੈੜੇ ਲਫ਼ਜ਼ ਬੋਲ ਕੇ ਅਸੀਂ ਸੱਚ ਦੀ ਗੱਲ ਕਰੀਏ। ਸੱਚ ਕਰਨ ਲੱਗਿਆ ਨਿਮਰਤਾ ਦੀ ਜਿਹੜੀ ਗੁਣ ਹੈ ਉਹਨੂੰ ਕਦੀ ਵੀ ਆਪਣੇ ਅੰਦਰੋਂ, ਜਾਂ ਸ਼ਬਦਾਵਲੀ ਦਾ ਜਿਹੜਾ ਗੁਣ ਹੈ ਉਹਨੂੰ ਆਪਣੇ ਅੰਦਰੋਂ ਗਾਇਬ ਨਹੀਂ ਕਰਨਾ ਚਾਹੀਦਾ। ਸੱਚ ਬੋਲਣਾ ਚਾਹੀਦਾ ਹੈ, ਲੇਕਿਨ ਕਿਸੇ ਨੂੰ ਇਹ ਸੋਚ ਕੇ ਵੀ ਅਸੀਂ ਉਹਦੀ ਲਾਪਾ ਕਰਨੀ ਹੈ ਤਾਂ ਫਿਰ ਇਹ ਸੱਚ ਬੋਲਣਾ ਨਹੀਂ, ਇਹ ਸਾਡੇ ਹਉਮੈ ਦੀ ਨਿਸ਼ਾਨੀ ਹੈ। ਜਦੋਂ ਅਸੀਂ ਕਹੀਏ ਕਿ ਅਸੀਂ ਤਾਂ ਉਹਨਾਂ ਦੀ ਲਾਪਾ ਕਰਨੀ ਹੈ ਤਾਂ ਇਹ ਫਿਰ ਸਾਡੀ ਹਉਮੈ ਦੀ ਨਿਸ਼ਾਨੀ। ਲਾਪਾ ਕਰਕੇ ਨਹੀਂ, ਸਿਧਾਂਤ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਔਰ ਸ਼ਬਦਾਵਲੀ ਤੇ ਕੰਟਰੋਲ ਰੱਖ ਕੇ ਸੱਚ ਬੋਲਣ ਦੀ ਜ਼ਰੂਰਤ ਹੁੰਦੀ ਹੈ ਔਰ ਹਮੇਸ਼ਾ ਬੋਲਦੇ ਰਹਿਣਾ ਵੀ ਚਾਹੀਦਾ ਹੈ। ਤਾਂ ਇਹ ਜਦੋਂ ਖਰੀਆਂ ਸੁਣੀਆਂ ਤਾਂ ਉੱਥੇ ਗਿਆਨੀ ਬਚਨ ਸਿੰਘ ਜੀ ਸਨ। ਜਦੋਂ ਉਹਨਾਂ ਨੂੰ ਕਹਿੰਦੇ ਨੇ, ਫਿਰ ਜਦੋਂ ਗਿਆਨੀ ਗੁਰਮੁਖ ਸਿੰਘ ਜੀ ਨੇ ਵਿਰੋਧ ਕੀਤਾ ਤੇ ਗਿਆਨੀ ਬਚਨ ਸਿੰਘ ਜੀ ਕਹਿੰਦੇ ਨੇ ਅੰਦਰ ਅੱਗ ਬਲ ਗਈ, ਤਨ ਮਨ ਦੇ ਜਿਹੜੇ ਤਾਂ ਅੰਦਰ ਅੱਗ ਛਿੜ ਗਈ। ਲੈ ਸਾਡਾ ਕੌਣ ਹੁੰਦਾ ਵਿਰੋਧ ਕਰਨ ਵਾਲਾ, ਇਹਨੂੰ ਕਿੱਥੇ ਕੱਲ ਦੇ ਗਿਆਨੀਆਂ ਨੂੰ ਕੀ ਪਤਾ। ਤਾਂ ਰਾਜਾ ਬਿਕਰਮ ਸਿੰਘ ਜੀ ਕਿਉਂਕਿ ਇਹ ਬੇਦੀ ਦੇ ਨਾਲ ਚੰਗੇ ਸੰਬੰਧ ਰੱਖਦੇ ਸਨ, ਇਸ ਲਈ ਉਹਨਾਂ ਨੇ ਭਾਈ ਗੁਰਮੁਖ ਸਿੰਘ ਨੂੰ ਇਹ ਕਾਰਜ ਕਰਨ ਵਿੱਚ ਰੋਕ ਪਾਉਣ ਵਾਲਾ ਸਮਝ ਕੇ ਉਹਨਾਂ ਨਾਲ ਨਾਰਾਜ਼ ਹੋ ਗਏ। ਹਾਲਾਂਕਿ ਪਹਿਲਾਂ ਚੰਗੇ ਸੰਬੰਧ ਸੀ ਭਾਈ ਗੁਰਮੁਖ ਸਿੰਘ ਜੀ ਦੇ ਨਾਲ, ਤਾਂ ਇਹ ਨਾਰਾਜ਼ ਹੋ ਗਏ ਕਿਉਂਕਿ ਬਾਬਾ ਖੇਮ ਸਿੰਘ ਬੇਦੀ ਜਿਹੜੇ ਸਨ ਉਹ ਫਰੀਦਕੋਟ ਟੀਕਾ ਕਰਾਉਣ ਦੇ ਉੱਤੇ ਪੂਰਾ ਜ਼ੋਰ ਲਾ ਰਹੇ ਸਨ। ਇਸ ਵਾਸਤੇ ਧੜਾ ਜਿਹੜਾ ਸੀ ਹੋਰ ਨਾਰਾਜ਼ਗੀ ਵਾਲੇ ਪਾਸੇ ਨੂੰ ਤੁਰ ਪਿਆ। ਇਸ ਤੋਂ ਬਿਨਾਂ ਕੁਝ ਹੋਰ ਕਾਰਨ ਵੀ ਸਨ ਜਿਹੜੇ ਧੜੇਬੰਦੀ ਨੇ ਅੱਗੇ ਜਾ ਕੇ ਹੋਰ ਕਦਮ ਜਿਹੜਾ ਸੀ ਅੱਗੇ ਨੂੰ ਵਧਾ ਲਿਆ। 1885 ਦੇ ਵਿੱਚ ਜਦੋਂ ਅਜੇ ਖਾਲਸਾ ਦੀਵਾਨ ਲਾਹੌਰ ਬਣ ਹੀ ਰਿਹਾ ਸੀ, ਤਾਂ ਜੇ ਇਤਿਹਾਸ ਨੂੰ ਥੋੜਾ ਜਿਹਾ ਅਸੀਂ ਜਾਣਦੇ ਹੋਈਏ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਦਲੀਪ ਸਿੰਘ ਜਿਹੜਾ ਸੀ ਉਹਨੇ ਕਿਹਾ ਵੀ ਉਹਨੂੰ ਭਾਰਤ ਵਿੱਚ ਜਾਂ ਦੇਸ਼ ਵਿੱਚ ਵਾਪਸ ਆਉਣ ਦੀ ਇੱਕ ਅਫਵਾਹ ਉੱਡੀ 1885 ਦੇ ਵਿੱਚ। ਉਸ ਸਮੇਂ ਉਹ ਮਹਾਰਾਜਾ ਦਲੀਪ ਸਿੰਘ ਜੀ ਆਪਾਂ ਜਾਣਦੇ ਹਾਂ ਵੀ ਇੰਗਲੈਂਡ ਦੇ ਵਿੱਚ ਸੀ, ਫਿਰ ਕ੍ਰਿਸਚੈਨਿਟੀ ਨੂੰ ਪਹਿਲਾਂ ਧਾਰਨ ਕਰ ਚੁੱਕਾ ਸੀ। ਸਾਰਿਆਂ ਨੂੰ ਸਾਨੂੰ ਇਤਿਹਾਸ ਪਤਾ ਹੈ। ਜਦੋਂ ਅਸੀਂ ਕਦੇ ਉਹਦੇ ਵੱਖਰੇ ਇਤਿਹਾਸ ਦੀ ਗੱਲ ਕਰਾਂਗੇ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੀ ਹੋਏਗੀ ਤਾਂ ਇੱਕ ਅਲੱਗ ਜਿਹਾ ਵਿਸ਼ਾ ਬਣ ਜਾਂਦਾ। ਮੈਂ ਸਿਰਫ ਟੂਕ ਮਾਤਰ ਕੁਝ ਜਿਹੜਾ ਇਹਦੇ ਨਾਲ ਸੰਬੰਧ ਰੱਖਦਾ ਉਹੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਰਦਾਰ ਠਾਕੁਰ ਸਿੰਘ ਸੰਧੇਵਾਲੀਆ ਜੀ ਉਹਨਾਂ ਦੇ ਕੋਲ ਜਾ ਪਹੁੰਚੇ। ਮਹਾਰਾਜੇ ਦਾ ਆਉਣਾ ਸੁਣ ਕੇ ਸਿੱਖ ਫੌਜਾਂ ਵਿੱਚ ਕਹਿੰਦੇ ਨੇ ਸਵਾਗਤ ਦਾ ਜੋਸ਼ ਜਿਹੜਾ ਹੈ ਉਹ ਠਾਠਾ ਮਾਰਨ ਲੱਗ ਪਿਆ। ਅੰਗਰੇਜ਼ੀ ਸਰਕਾਰ ਨੂੰ ਬੜਾ ਫਿਕਰ ਪੈ ਗਿਆ। ਤਾਂ ਮਹਾਰਾਜਾ ਸਾਹਿਬ ਦੇ ਰਾਹ ਵਿੱਚੋਂ ਉਹਨਾਂ ਨੂੰ ਦਲੀਪ ਸਿੰਘ ਨੂੰ ਰਾਹ ਚੋਂ ਵਾਪਸ ਮੋੜ ਦਿੱਤਾ ਗਿਆ ਤੇ ਪੰਜਾਬ ਦੇ ਸਿੱਖਾਂ ਨੂੰ ਕਾਬੂ ਰੱਖਣ ਲਈ ਗਵਰਨਮੈਂਟ ਹੋਰ ਵੀ ਜਿਹੜੀ ਸੀ ਉਹ ਸੁਚੇਤ ਹੋ ਗਈ ਵੀ ਇਹ ਸਿੱਖਾਂ ਨੇ ਇਹਨਾਂ ਦੇ ਉੱਤੇ ਕਾਬੂ ਜਾਂ ਇਹਨਾਂ ਦੇ ਤਿੱਖੀ ਨਜ਼ਰ ਜਿਹੜੀ ਰੱਖਣ ਦੀ ਉਹ ਲੋੜ ਹੈ।
ਖਾਲਸਾ ਦੀਵਾਨ ਲਾਹੌਰ ਵੱਲੋਂ ਇਸ ਸਮੇਂ ਰਾਜ ਭਗਤੀ ਦੇ ਵਸ ਹੋ ਕੇ 3 ਮਤੇ ਪਾਸ ਕੀਤੇ ਗਏ। ਖਾਲਸਾ ਦੀਵਾਨ ਲਾਹੌਰ ਦੀ ਗੱਲ ਕਰ ਰਿਹਾ ਕਿ ਮਹਾਰਾਜਾ ਦਲੀਪ ਸਿੰਘ ਦੇ ਵਿਰੁੱਧ ਤੇ ਸਰਕਾਰੀ ਅੰਗਰੇਜ਼ੀ ਦੇ ਹੱਕ ਵਿੱਚ ਸਨ। ਜਿਹੜੇ ਮਤੇ ਸੀ ਉਹ ਮਹਾਰਾਜਾ ਦਲੀਪ ਸਿੰਘ ਦੇ ਵਿਰੁੱਧ ਤੇ ਸਰਕਾਰ ਅੰਗਰੇਜ਼ਾਂ ਦੀ ਸਰਕਾਰ ਦੇ ਹੱਕ ਵਿੱਚ ਮਤੇ ਸਨ। ਇਹ ਮਤੇ ਸਿੱਖਾਂ ਦੇ ਉਸ ਸਮੇਂ ਦੇ ਦੂਜੀਆਂ ਜਿਹੜੀਆਂ ਹਕੂਮਤਾਂ ਸਨ ਉਹਨਾਂ ਦੇ ਰਾਜਨੀਤਿਕ ਸਿੱਖਾਂ ਦਾ ਰਾਜਨੀਤਿਕ ਝੁਕਾਓ ਦਾ ਜਿਹੜਾ ਗੱਲ ਦਰਸਾਉਂਦਾ ਹੈ ਵੀ ਸਿੱਖਾਂ ਦਾ ਰਾਜਨੀਤਿਕ ਝੁਕਾਓ ਜਿਹੜਾ ਸੀ ਕਿਹੜੇ ਪਾਸੇ ਸੀ, ਉੱਥੋਂ ਮਤਿਆਂ ਦੀ ਗੱਲ ਜਿਹੜੀ ਆਉਂਦੀ ਹੈ। 3 ਮਤੇ ਜਿਹੜੇ ਸੀ ਉਹਨਾਂ ਨੇ ਇਹ ਪਾਸ ਕੀਤੇ ਉਸ ਸਮੇਂ ਦੇ ਵਿੱਚ। ਤੋਂ ਇੱਕ ਪੁਸਤਕ ਖੁਰਸ਼ੀਦ ਖਾਲਸਾ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਪਹਿਲੀ ਜਿਹੜੀ ਅੰਮ੍ਰਿਤਸਰ 'ਚ ਮੀਟਿੰਗ ਹੋਈ ਉਹ ਕਿਤਾਬ ਰੱਖੀ ਗਈ, ਕੁੱਕਿਆ ਗੁਰੂ ਡੰਮ ਦੀ ਗੱਲ ਜਿਹਦੇ 'ਚ ਕੀਤੀ ਗਈ, ਨਿਰੰਕਾਰੀ ਗੁਰੂ ਡੰਮ ਦੀ ਗੱਲ ਕੀਤੀ ਗਈ। ਤੇ ਉਸ ਦੂਜੇ ਪਾਸੇ ਉਹ ਪੁਸਤਕ ਖਾਲਸਾ ਦੀਵਾਨ ਲਾਹੌਰ ਦੇ ਸਾਹਮਣੇ ਮਸਲਾ ਜਿਹੜਾ ਸੀ ਉਹ ਆ ਗਿਆ ਵੀ ਇਹ ਸਵਾਲ ਹੁਣ ਇਹਦਾ ਕੀ ਹੱਲ ਕਰੀਏ। ਜਿਹੜੀ ਖੁਰਸ਼ੀਦ ਖਾਲਸਾ ਪੁਸਤਕ ਹੈ, ਜਿਹੜੀ ਕੁੱਕਾ ਜਾਂ ਨਿਰੰਕਾਰੀਆਂ ਨੂੰ ਗੁਰੂ ਦੱਸਦੀ ਜਾਂ ਬਾਬਾ ਰਾਮ ਸਿੰਘ ਨੂੰ ਗੱਦੀ ਦੇਣ ਦੀ ਗੱਲ ਕੀਤੀ ਹੈ, ਉਹਦੇ ਲੇਖਕ ਬਾਬਾ ਨਿਹਾਲ ਸਿੰਘ ਨੂੰ ਇਹ ਦੱਸਿਆ ਗਿਆ ਕਿ ਇਹ ਪੁਸਤਕ 10 ਪਾਤਸ਼ਾਹੀਆਂ ਤੋਂ ਬਾਅਦ ਗੁਰਮਤਿ ਦੇ ਵਿਰੋਧੀ ਦੇਹਧਾਰੀ ਗੁਰੂਆਂ ਦੀ ਹਮਾਇਤ ਕਰਕੇ ਬਾਬਾ ਰਾਮ ਸਿੰਘ ਨਾਮਧਾਰੀ ਨੂੰ 12ਵਾਂ ਗੁਰੂ ਮੰਨਿਆ ਹੈ ਅਤੇ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਦਾ ਬਾਦਸ਼ਾਹ ਬਣਨ ਦੀ ਤਇਦ ਕੀਤੀ ਹੈ। ਖਾਲਸਾ ਪੰਥ ਵਿੱਚੋਂ ਛੇਕ ਦਿੱਤਾ ਗਿਆ ਉਸ ਵੇਲੇ, ਕਿਉਂਕਿ ਉਹ ਪਿਛੇਰ ਅੰਗਰੇਜ਼ਾਂ ਦੀ ਪਿਛਾਉਣਗੋਈ ਜਿਹਨੂੰ ਅਸੀਂ ਕਹਿ ਸਕਦੇ ਵੀ ਉਹਦੇ 'ਚ ਗੁਰੂ ਸਾਹਿਬ ਨੇ ਲਿਖਿਆ ਸੀ, ਉਹ ਉਹਨਾਂ ਦੇ ਮੁਤਾਬਕ ਹੀ ਆਏ, ਉਹਨਾਂ ਦਾ ਕਬਜ਼ਾ ਤਾਂ ਹੀ ਹੋਇਆ। ਉਸ ਪੁਸਤਕ ਵਿੱਚ ਇਹਦੀਆਂ ਗੱਲਾਂ ਵੀ ਲਿਖੀਆਂ ਗਈਆਂ ਸੀ। ਇਸੇ ਕਰਕੇ ਹੀ ਮਹਾਰਾਜਾ ਦਲੀਪ ਸਿੰਘ ਦੀ ਵਿਰੋਧਤਾ ਕੀਤੀ ਗਈ ਔਰ ਉਹਦੇ ਜਿਹੜਾ ਨਿਹਾਲ ਸਿੰਘ ਉਹਦਾ ਲੇਖਕ ਸੀ, ਬਾਬਾ ਨਿਹਾਲ ਸਿੰਘ ਜਿਹੜਾ ਸੀ, ਉਹਨਾਂ ਨੂੰ ਜਿਹੜਾ ਸੀ ਉਹ ਫਿਰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਬਾਬਾ ਨਿਹਾਲ ਸਿੰਘ ਦੇ ਨਾਲ ਜਿਹੜੇ ਉਹਨਾਂ ਦਾ ਸਾਥੀ ਸਨ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਨੂੰ ਵੀ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਖਾਲਸਾ ਦੀਵਾਨ ਲਾਹੌਰ ਵੱਲੋਂ। ਬਾਬਾ ਨਿਹਾਲ ਸਿੰਘ ਨੇ ਮਾਫੀ ਮੰਗੀ, ਉਹਦਾ ਜ਼ਿਕਰ ਵੀ ਜਿਹੜਾ ਇਤਿਹਾਸ ਵਿੱਚ ਆਉਂਦਾ ਹੈ ਕਿ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਖੁਰਸ਼ੀਦ ਖਾਲਸਾ ਦੇ ਲੇਖਕ ਦੀ ਐਲਾਨੀਆ ਮਦਦ ਕੀਤੀ ਸੀ। ਇਹ ਤਾਂ ਆਪਾਂ ਪਹਿਲਾਂ ਵੀ ਸੁਣ ਚੁੱਕੇ ਆ ਵੀ ਉਹਨਾਂ ਨੇ ਜਿਹੜਾ ਖਾਲਸਾ ਦੀਵਾਨ ਲਾਹੌਰ ਸੀ ਉਹਨਾਂ ਦੀ ਪੂਰੀ ਐਲਾਨੀਆ ਮਦਦ ਕਰਦਾ ਸੀ, ਕੀਤਾ ਵੀ ਸੀ। ਇਸ ਲਈ ਉਹਨਾਂ ਦੇ ਉੱਤੇ ਵੀ ਫਿਰ ਸਰਕਾਰ ਦੀ ਗਾਜ਼ ਡਿਗਣੀ ਜਿਹੜੀ ਹੈ ਜ਼ਰੂਰੀ ਸੀ, ਲਾਜ਼ਮੀ ਸੀ, ਤਾਂ ਨਿਗਾਹ ਹੋਣੀ ਲਾਜ਼ਮੀ ਸੀ। ਕੁਦਰਤੀ ਗੱਲ ਸੀ ਇਹ ਕਿ ਜਦੋਂ ਉਹਨਾਂ ਪੁਸਤਕ ਦੇ ਜਦੋਂ ਲਾਹੌਰ ਦਰਬਾਰ ਕਿਉਂਕਿ ਸਰਕਾਰ ਦੇ ਨਾਲ ਸੰਬੰਧ ਰੱਖਦਾ ਸੀ, ਥੋੜਾ ਬਹੁਤਾ ਉਹਨਾਂ ਦਾ ਤਾਲਮੇਲ ਸੀ, ਮਿਲਵਰਤਨ ਸੀ, ਤਾਂ ਜ਼ਰੂਰੀ ਸੀ ਕਿ ਇਹਨਾਂ ਦੇ ਉਹ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੇ ਉੱਤੇ ਵੀ ਨਿਗਾਹ ਜਿਹੜੀ ਹੈ ਵਧਾ ਦਿੱਤੀ ਜਾਏ। ਪਰ ਬਾਬਾ ਖੇਮ ਸਿੰਘ ਬੇਦੀ ਜਿਹੜਾ ਇਹ ਧੜਾ, ਬਾਬਾ ਖੇਮ ਸਿੰਘ ਦੂਰਅੰਦੇਸ਼ ਸੀ, ਸਿਆਣਾ ਵੀ ਸੀ, ਪਰ ਦੇ ਆਪਣਾ ਪੂਜਾ ਕਰਵਾਉਂਦਾ ਸੀ, ਕੋਈ ਉਹਦੇ 'ਚ ਤਕਲੀਫ ਸੀ, ਪੂਜਾ ਕਰਵਾਉਂਦਾ ਸੀ। ਉਹਨਾਂ ਨੇ ਦੀਵਾਨ ਦੀ ਇਕੱਤਰਤਾ ਬੁਲਾ ਕੇ ਬਾਬਾ ਖੇਮ ਸਿੰਘ ਬੇਦੀ ਨੇ ਬਾਬਾ ਨਿਹਾਲ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਸਰਕਾਰ ਅੰਗਰੇਜ਼ੀ ਪਾਸੋਂ ਇਸ ਸੰਬੰਧੀ ਮਾਫੀ ਮੰਗਣ ਲਈ ਮਜਬੂਰ ਕਰ ਦਿੱਤਾ। ਉਹਨਾਂ ਨੇ ਵੀ ਤਨਖਾਹੀਆ ਕਰਾਰ ਦੇ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਅੰਗਰੇਜ਼ ਸਰਕਾਰ ਸਾਡੇ ਉੱਤੇ ਨਜ਼ਰ ਰੱਖ ਰਹੀ ਹੈ ਤੇ ਸਾਨੂੰ ਗ੍ਰਿਫਤਾਰੀਆਂ ਜਾਂ ਹੋਰ ਹੋਏਗਾ। ਉਹਨਾਂ ਨੇ ਵੀ ਉਹਨੂੰ ਤਨਖਾਹੀਆ ਕਰਾਰ ਜਿਹੜਾ ਸੀ ਦੇ ਦਿੱਤਾ ਤੇ ਮਾਫੀ ਮੰਗਣ ਲਈ ਅੰਗਰੇਜ਼ ਸਰਕਾਰ ਕੋਲੋਂ ਮਾਫੀ ਮੰਗਣ ਲਈ ਮਜਬੂਰ ਕਰਨ ਲਈ ਜਿਹੜਾ ਸੀ ਕਰ ਦਿੱਤਾ। ਇਹ ਰਾਜਨੀਤਿਕ ਸਿਆਣਪ ਸੀ ਉਹਨਾਂ ਦੀ, ਜੋ ਬਾਬਾ ਰਾਮ ਖੇਮ ਸਿੰਘ ਨੇ ਦੂਜੇ ਧੜੇ ਉੱਤੇ ਕਾਬੂ ਪਾਉਣ ਲਈ ਮੌਕੇ ਦੇ ਉੱਤੇ ਵਰਤੀ। ਇਹਨੂੰ ਮੈਂ ਰਾਜਨੀਤਿਕ ਸਿਆਣਪ ਕਹਿ ਰਿਹਾ ਕਿ ਦੂਰਅੰਦੇਸ਼ੀ ਬੜੀ ਹੋਣੀ ਜ਼ਰੂਰੀ ਹੈ ਸਾਡੇ ਅੰਦਰ। ਅੱਜ ਅਸੀਂ ਮਰਨ ਨੂੰ ਤਿਆਰ ਹਾਂ ਜੀ, ਅਸੀਂ ਕੋਈ ਨਹੀਂ, ਮਰ ਕੇ ਤਾਂ ਕੀ ਹੋ ਜਾਏਗਾ, ਪਰ ਦੂਰਅੰਦੇਸ਼ੀ ਸਾਡੇ 'ਚ ਕਮੀ ਹੈ। ਮਰ ਜਾਣਾ ਕੋਈ ਹੱਲ ਨਹੀਂ ਹੁੰਦਾ ਸਮੱਸਿਆ ਦਾ, ਕੌਮਾਂ ਲਈ ਕੁਰਬਾਨੀ ਦੇਣੀ ਹੋਰ ਚੀਜ਼ ਹੈ, ਲੇਕਿਨ ਐਵੇਂ ਜੀ ਮੈਂ ਮਰ ਜਾਗਾ ਤਾਂ ਕੀ ਫਰਕ ਪੈਣ ਲੱਗਾ, ਇਹ ਗੱਲਾਂ ਦੂਰਅੰਦੇਸ਼ੀ ਵਾਲੀਆਂ ਨਹੀਂ ਹਨ। ਸਾਨੂੰ ਦੂਰਅੰਦੇਸ਼ੀ ਵੀ ਬਣਨ ਦੀ ਲੋੜ ਹੈ। ਜਦ ਤੱਕ ਸਾਨੂੰ ਦੂਰਅੰਦੇਸ਼ੀ ਵੀ ਕਿੰਨਾ ਨੁਕਸਾਨ ਹੋ ਸਕਦਾ ਹੈ ਸਾਡੀ ਗੱਲ ਨਾਲ, ਉਹ ਸੋਚਣ ਦੀ ਲੋੜ ਹੁੰਦੀ ਹਮੇਸ਼ਾ। ਇਹ ਖੇਮ ਸਿੰਘ ਬੇਦੀ ਦੂਰਅੰਦੇਸ਼ ਸੀ, ਬਾਬਾ ਖੇਮ ਸਿੰਘ ਬੇਦੀ। ਉਹਨੂੰ ਪਤਾ ਸੀ ਵੀ ਜੇ ਇਹ ਮੈਂ ਇਹਦੀ ਸਪੋਰਟ ਕੀਤੀ ਨਿਹਾਲ ਸਿੰਘ ਦੀ ਤਾਂ ਮੇਰਾ ਧੜਾ ਖਤਮ ਹੋ ਜਾਏਗਾ, ਕਿਉਂਕਿ ਇਹ ਦੇਹਧਾਰੀ ਗੁਰੂ ਰਾਮਦਾਸ ਇਹਨੇ ਜਿਹੜੀ ਕਿਤਾਬ ਲਿਖੀ ਹੈ ਜਾਂ ਨਿਹਾਲ ਸਿੰਘ ਨੇ ਲਿਖਿਆ ਹੈ ਤਾਂ ਉਹਦੇ ਵਿੱਚ ਸਾਨੂੰ ਨੁਕਸਾਨ ਹੋਏਗਾ।
ਤਾਂ ਉਹਨਾਂ ਨੇ ਵੀ ਉਹਨੂੰ ਕੱਢ ਕੇ ਤੇ ਮਜਬੂਰ ਕੀਤਾ ਲੇਖਕ ਨੂੰ ਵੀ ਉਹਨੂੰ ਜਿਹੜਾ ਮਾਫੀ ਮੰਗ ਲਈ ਜਾਵੇ। ਤਾਂ ਮੇਰਾ ਸਿਰਫ ਇੰਨਾ ਮਤਲਬ ਹੈ, ਸਾਨੂੰ ਮਾਫੀ ਮੰਗਣੀ ਜਾਂ ਨਾ ਮੰਗਣ ਦਾ ਤੱਕ ਨਹੀਂ ਮਸਲਾ। ਮਸਲਾ ਹੈ ਵੀ ਦੂਰਦੇਸ਼ੀ ਹੋਣੀ ਬੜੀ ਜ਼ਰੂਰੀ ਹੈ। ਤਾਂ ਦੂਰਅੰਦੇਸ਼ੀ ਦੇ ਲਈ ਜਿਹੜਾ ਸਾਨੂੰ ਸਿਆਣਪ ਵਰਤਣ ਦੀ ਲੋੜ ਹੁੰਦੀ ਹੈ ਹਮੇਸ਼ਾ ਹੀ। ਤੇ ਮਰ ਜਾਣਾ, ਮੈਂ ਫਿਰ ਬੇਨਤੀ ਕਰ ਰਿਹਾ ਕਿ ਮਰ ਜਾਣਾ ਕਿਸੇ ਸਮੱਸਿਆ ਦਾ ਹੱਲ ਨਹੀਂ, ਸਗੋਂ ਦੂਰ ਅੰਦੇਸ਼ ਹੋ ਕੇ ਸਮੱਸਿਆ ਦੇ ਹੱਲ ਲਈ ਸਾਨੂੰ ਹਮੇਸ਼ਾ ਹੀ ਤਿਆਰ ਰਹਿਣਾ ਚਾਹੀਦਾ ਹੈ। ਜਾਂ ਝਗੜਿਆਂ ਵਿੱਚ ਪੈ ਜਾਣਾ ਜਾਂ ਅਸੀਂ ਹੋਰ ਚੀਜ਼ਾਂ 'ਚ ਉਲਝ ਜਾਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਹਮੇਸ਼ਾ ਹੀ ਸਮੱਸਿਆ ਦੇ ਹੱਲ ਜਿਹੜੇ ਹੁੰਦੇ ਹਨ ਦੂਰ ਅੰਦੇਸ਼ੀ ਸਿਆਣਪ ਦੇ ਨਾਲ ਕੀਤੇ ਜਾਂਦੇ ਨੇ। ਕੌਮ ਕੋਲ, ਸਾਡੀ ਕੋਲ ਅੱਜ ਇਸ ਦੂਰ ਅੰਦੇਸ਼ੀ ਦੀ ਕਮੀ ਹੈ, ਜਿਸ ਕਰਕੇ ਹਾਦਸਾ ਧੜਿਆਂ ਦੇ ਵਿੱਚ ਮਿਸ਼ਨਰੀ, ਟਕਸਾਲੀਏ, ਖੰਡ ਕੀਰਤਨੀਏ, ਕਈ ਕੁਛ ਅੱਜ ਨਾਮ ਜਿਹੜੇ ਸਾਡੇ 'ਚ ਪ੍ਰਚਲਿਤ ਹੋ ਗਏ, ਜਦਕਿ ਸੀ ਹੈ ਸਿੱਖ। ਸਿੱਖ ਦੇ ਵਿੱਚ ਇਹ ਜਿਹੜੇ ਨਾਮ ਪ੍ਰਚਲਿਤ ਹੋਣਾ, ਇਹ ਵੀ ਸਾਡੀ ਇਹ ਮੈਂ ਬੇਨਤੀ ਕਰਦੇ ਹਾਂ ਵੀ ਧੜਿਆਂ ਵਿੱਚ ਵੰਡਣ ਦਾ ਇੱਕ ਜੋ ਦੁਸ਼ਮਣ ਨੇ ਕੰਮ ਕੀਤਾ ਔਰ ਅਸੀਂ ਵੰਡੇ ਗਏ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਜੋ ਫਲਾਣਾ ਜੀ ਉਹਨੂੰ ਬੋਲਣ ਨਹੀਂ ਦੇਣਾ, ਉਹ ਧੜਾ ਆ ਗਿਆ, ਉਹਨੂੰ ਅਸੀਂ ਕਿਸਕਰ ਨਹੀਂ ਦੇਣਾ, ਕੁਸਕਰ ਨਹੀਂ ਦੇਣਾ। ਇਹ ਦੂਰਅੰਦੇਸ਼ੀ ਨਹੀਂ ਹੈ। ਅਸੀਂ ਗੱਲ ਸੁਣੀਏ, ਵਿਚਾਰੀਏ। ਗੁਰਮਤਿ ਦੀ ਗੱਲ ਕਰਨ ਦਾ ਹਰ ਬੰਦੇ ਨੂੰ ਅਧਿਕਾਰ ਹੈ, ਪਰ ਸਿਧਾਂਤਕ ਹੋਵੇ। ਉਲਝ ਲੂਲ ਬੋਲਣਾ ਇਹ ਸਿੱਖੀ ਦਾ ਕੰਮ ਨਹੀਂ ਹੈ। ਤਾਂ ਮੈਂ ਬੇਨਤੀ ਕਰਦਾ ਹਾਂ ਵੀ ਇਹ ਰਾਜਨੀਤਿਕ ਦੂਰਅੰਦੇਸ਼ੀ ਜਿਹੜੀ ਜਾਂ ਅਸੀਂ ਕਹਿ ਲਈਏ, ਉਹ ਧਰਮ ਦੇ ਵਿੱਚ ਵੀ ਸਾਡੇ ਕੰਮ ਆਉਂਦੀ ਹੈ। ਔਰ ਕਦੀ ਇਹ ਜਿੱਦਾਂ ਨਾਲ ਨਹੀਂ ਕੌਮਾਂ ਦਾ ਹੱਲ ਹੁੰਦਾ ਜੀ ਹੁਣ ਮੈਂ ਕਰ ਦਿੱਤਾ ਤਾਂ ਕਰ ਦਿੱਤਾ, ਜਾਂ ਮੈਂ ਹੋ ਗਿਆ ਤਾਂ ਹੋ ਗਿਆ। ਇਹਨਾਂ ਚੀਜ਼ਾਂ ਦੇ ਨਾਲ ਕਦੀ ਮਸਲੇ ਹੱਲ ਨਹੀਂ ਹੁੰਦੇ। ਹਮੇਸ਼ਾ ਦੂਰਅੰਦੇਸ਼ ਬਣ ਕੇ ਸਾਨੂੰ ਸਿਆਣਪ ਦੀ ਲੋੜ ਹੈ। ਤਾਂ ਅਸੀਂ ਉਸ ਸਿਆਣਪ ਵਾਲੇ ਪਾਸੇ ਵੀ ਚੱਲੀਏ ਜੋ ਉਸ ਵੇਲੇ ਬਾਬਾ ਖੇਮ ਸਿੰਘ ਬੇਦੀ ਨੇ ਕਰਕੇ ਦਿਖਾ ਦਿੱਤੀ, ਔਰ ਤਾਂ ਕਿ ਉਹਨਾਂ ਦੇ ਧੜੇ ਨੂੰ ਨੁਕਸਾਨ ਨਾ ਹੋਵੇ। ਭਾਵੇਂ ਉਹਨਾਂ ਦੇ ਵਿੱਚ ਆਪਣਾ ਮਨੋਰਥ ਹੀ ਸੀ, ਪਰ ਦੂਰਅੰਦੇਸ਼ੀ ਜ਼ਰੂਰ ਸੀ ਇਸ ਗੱਲ ਦੇ ਵਿੱਚ ਜਿਹੜੀ ਉਹਨਾਂ ਨੇ ਉਸ ਵੇਲੇ ਕੀਤੀ। ਤਾਂ ਇਸ ਤੋਂ ਅੱਗੇ ਇਹ ਦੀਵਾਨ ਦੀ ਬਦਲ ਦੀ ਹਾਲਤ ਹੁੰਦੀ ਹੈ ਤੇ ਬਾਬਾ ਗੁਰਮੁਖ ਸਿੰਘ ਉੱਤੇ ਦੂਸ਼ਣ ਲਾ ਦਿੱਤੇ ਜਾਂਦੇ ਅੰਮ੍ਰਿਤਸਰ ਧੜੇ ਵੱਲੋਂ ਕਿ ਉਹ ਅੱਗੇ ਬਾਬਾ ਗੁਰਮੁਖ ਸਿੰਘ ਜੀ ਨੂੰ ਕਈ ਤਰ੍ਹਾਂ ਦਾ ਉਹਨਾਂ ਨੇ ਕਿਹਾ ਵੀ ਇਦਾਂ ਦੇ ਨੇ, ਇਹੋ ਜਿਹੇ ਨੇ, ਬੜੇ ਦੂਸ਼ਣ ਜਿਹੜੇ ਉਹ ਲਾਏ ਜਾਂਦੇ ਆ। ਤਾਂ ਫੁੱਟ ਜਿਹੜੀ ਵੱਧ ਕੇ ਹੋਰ ਸਾਹਮਣੇ ਆ ਜਾਂਦੀ ਹੈ। ਤੇ ਈਵਨ ਲਾਹੌਰ ਦਰਬਾਰ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਗਈਆਂ। ਉਹ ਇੱਕ ਅੱਗੇ ਆਪਾਂ ਲੰਬਾ ਵਿਸ਼ਾ ਹੈ ਜਿਹਦੀ ਵਿਚਾਰ ਅਸੀਂ ਅੱਗੇ ਅੱਗੇ ਕਰਦੇ ਜਾਵਾਂਗੇ। ਇੱਥੇ ਤੱਕ ਅੱਜ ਦੀ ਵਿਚਾਰ ਨੂੰ ਮੈਂ ਸੰਕੋਚ ਰਿਹਾ ਹਾਂ, ਤਦ ਕਿ ਉਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਲੰਬਾ ਵਿਸ਼ਾ ਹੈ, ਉਹਨੂੰ ਟਾਈਮ ਬਹੁਤ ਲੱਗੇਗਾ ਹੋਰ ਇਸ ਤੋਂ ਇਲਾਵਾ। ਇਸ ਕਰਕੇ ਮੈਂ ਇਸ ਵਿਸ਼ੇ ਦੀ ਸਮਾਂ ਹੋਣ ਤੇ ਇੱਥੇ ਹੀ ਸਮਾਪਤੀ ਕਰ ਰਿਹਾ ਹਾਂ। ਅਗਲੇ ਹਫ਼ਤੇ ਅਸੀਂ ਹੋਰ ਵਿਚਾਰਾਂ ਜਿਹੜੀਆਂ ਹਨ ਇਹ ਸਿੰਘ ਸਭਾ ਲਹਿਰ ਦੇ ਉੱਤੇ ਕਰਾਂਗੇ। ਤਾਂ ਕਰ ਰਿਹਾ ਹਾਂ ਕਿ ਮੌਜੂਦਾ ਸਮੇਂ ਵਿੱਚ ਵੀ ਉਹ ਗੱਲਾਂ ਸਾਡੇ ਉੱਤੇ ਟੁੱਕ ਰਹੀਆਂ ਹਨ, ਜਿੱਥੋਂ ਸਾਨੂੰ ਲਹਿਰ ਤੋਂ ਸੇਧ ਲੈਣ ਦੀ ਲੋੜ ਹੈ। ਵੀ ਜੇ ਉਸ ਵੇਲੇ ਲਹਿਰ ਦੇ ਵਿੱਚ ਕੁਝ ਉਕਾਈਆਂ ਰਹਿ ਗਈਆਂ ਜਾਂ ਉਹਨਾਂ ਆਗੂਆਂ ਵਿੱਚ ਕਮੀਆਂ ਰਹਿ ਗਈਆਂ ਜਿਹਦਾ ਨੁਕਸਾਨ ਅਸੀਂ ਭੁਗਤਿਆ, ਤਾਂ ਉਹਨਾਂ ਕਮੀਆਂ ਜਾਂ ਉਹਨਾਂ ਨੁਕਸਾਨ ਦੀ ਜਿਹੜੀ ਗੱਲਬਾਤ ਹੈ ਅੱਜ ਅਸੀਂ ਉਹਨੂੰ ਪੂਰਾ ਕਰ ਸਕੀਏ, ਜਾਂ ਅਸੀਂ ਦੁਬਾਰਾ ਉਹ ਚੀਜ਼ਾਂ ਇਤਿਹਾਸ ਨੂੰ ਨਾ ਦੁਹਰਾਈਏ ਜਿਹੜਾ ਉਹਨਾਂ ਨੇ ਉਸ ਵੇਲੇ ਦੁਹਰਾਇਆ, ਤੇ ਉਹਦਾ ਨੁਕਸਾਨ ਸਾਨੂੰ ਅੱਜ ਕੌਮ ਨੂੰ ਨਾ ਹੋਵੇ। ਤਾਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਮੈਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ, ਕਿਉਂਕਿ ਇਤਿਹਾਸ ਹੈ, ਇਹ ਮੇਰਾ ਨਹੀਂ ਹੈ। ਇਹ ਜੋ ਲਿਖਿਆ ਮਿਲਦਾ ਹੈ ਕਿਤਾਬਾਂ ਦੇ ਵਿੱਚ, 3-4 ਪੁਸਤਕਾਂ ਦੀ ਜੋ ਮੈਨੂੰ ਮਿਲੀਆਂ, ਮੈਂ ਉਹਦੇ ਵਿੱਚੋਂ ਜੋ ਮੈਨੂੰ ਸਮਝ ਆਈ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਪਰ ਬੇਨਤੀ ਫਿਰ ਉਹੀ ਦੁਹਰਾ ਹੈ, ਦੂਰਅੰਦੇਸ਼ ਬਣ ਕੇ ਆਏ ਹੋਏ ਮਸਲਿਆਂ ਨੂੰ ਬੈਠ ਕੇ ਹੱਲ ਕਰੀਏ, ਇੱਕ ਦੂਜੇ ਦੀਆਂ ਦਸਤਾਰਾਂ ਲਾਉਣ ਵਾਲੇ ਪਾਸੇ ਨਾ ਜਾਈਏ। ਇਹਦੇ ਨਾਲ ਕੌਮ ਦਾ ਨੁਕਸਾਨ ਹੋਵੇਗਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਇੱਜ਼ਤ ਹੈ, ਬਰਕਰਾਰ ਹੈ, ਉਹ ਸਾਨੂੰ ਰੱਖਣ ਦੀ ਲੋੜ ਹੈ। ਇੱਕ ਵਾਰ ਫੇਰ ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।